ਸ਼ਲੋਕ ਮਹੱਲਾ ਪਹਿਲਾ। ਵਿਸਮਾਦ ਨਾਦ ਵਿਸਮਾਦ ਵੇਦ ਵਿਸਮਾਦ ਜੀ ਵਿਸਮਾਦ ਭੇਦ ਵਿਸਮਾਦ ਰੂਪ ਵਿਸਮਾਦ ਰੰਗ ਵਿਸਮਾਦ ਨਾਂਗੇ ਫਿਰੈ ਜੰਤ ਵਿਸਮਾਦ ਪੌਣ ਵਿਸਮਾਦ ਪਾਣੀ ਵਿਸਮਾਦ ਅਗਨੀ ਖੇਡਾਂ ਵਡਾਣੀ ਵਿਸਮਾਦ ਧਰਤੀ ਵਿਸਮਾਦ ਖਾਣੀ ਵਿਸਮਾਦ ਸਾਧ ਲੱਗੈ ਪ੍ਰਾਣੀ ਵਿਸਮਾਦ ਸੰਜੋਗ ਵਿਸਮਾਦ ਵਿਜੋਗ ਵਿਸਮਾਦ ਭੁੱਖ ਵਿਸਮਾਦ ਭੋਗ ਵਿਸਮਾਦ ਸਿਫਤ ਵਿਸਮਾਦ ਸਾਲਾ ਵਿਸਮਾਦ ਉਜੜ ਵਿਸਮਾਦ ਰਾਹ ਵਿਸਮਾਦ ਨੇੜੇ ਵਿਸਮਾਦ ਦੂਰ ਵਿਸਮਾਦ ਦੇਖੈ ਹਾਜ਼ਰਾ ਹਜ਼ੂਰ ਵੇਖ ਵਿਡਾਣ ਰਹਿਆ ਵਿਸਮਾਦ ਨਾਨਕ ਬੁੱਝਣ ਪੂਰੇ ਭਾਗ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਸਿੱਖ ਧਰਮ ਦੇ ਬਾਨੀ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਰਸਨਾ ਤੋਂ ਉਚਾਰਨ ਕੀਤੀ ਹੋਈ ਵਾਰ ਜੋ ਰਾਗ ਆਸਾ ਦੇ ਵਿੱਚ ਹੈ, ਜਿਸ ਦੀ ਆਪਾਂ ਲੜੀਵਾਰ ਵਿਚਾਰ ਸਾਂਝੀ ਕਰਦੇ ਆ ਰਹੇ ਹਾਂ। ਤੇ ਇਸ ਲੜੀ ਦੇ ਤਹਿਤ ਅੱਜ ਆਪਾਂ 3 ਨੰਬਰ ਪੌੜੀ ਦੇ ਨਾਲ ਜੋ 2 ਸ਼ਲੋਕ ਆਏ ਨੇ, ਉਹਨਾਂ ਦੋਨਾਂ ਸ਼ਲੋਕਾਂ ਵਿੱਚੋਂ ਪਹਿਲੇ ਸ਼ਲੋਕ ਦਾ ਪਾਠ ਬੜੇ ਪਿਆਰ ਨਾਲ ਸਰਵਣ ਕੀਤਾ ਹੈ। ਜਿਵੇਂ ਕਿ ਆਪਾਂ ਪਹਿਲੀਆਂ 2 ਪੌੜੀਆਂ ਦੀ ਵਿਚਾਰ ਤੁਹਾਡੇ ਨਾਲ ਸਾਂਝੀ ਕੀਤੀ ਹੈ, ਉਹਨਾਂ 2 ਪੌੜੀਆਂ ਦੇ ਨਾਲ 3-3 ਸ਼ਲੋਕਾਂ ਦਾ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਜਿਹੜਾ ਹੈ ਉਹ ਬਹੁਤ ਸੋਹਣੇ ਤਰੀਕੇ ਨਾਲ ਇੱਕ ਪੌੜੀ ਦੇ ਨਾਲ 3-3 ਸ਼ਲੋਕ ਦਰਜ ਕੀਤੇ ਹਨ। ਪਰ ਜਿਹੜੀ ਇਹ 3 ਨੰਬਰ ਪੌੜੀ ਇਹਦੇ ਨਾਲ 2 ਸ਼ਲੋਕ ਨੇ, ਤੇ 2 ਹੀ ਸ਼ਲੋਕ ਸਿੱਖ ਧਰਮ ਦੇ ਬਾਨੀ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਰਸਨਾ ਤੋਂ ਉਚਾਰਨ ਕੀਤੇ ਹੋਏ ਹਨ। ਜਿਵੇਂ ਆਪਾਂ ਸ਼ਲੋਕਾਂ ਦੀ ਵਿਚਾਰ ਜਦੋਂ ਤੁਹਾਡੇ ਨਾਲ ਸਾਂਝੀ ਕਰਦੇ ਹਾਂ, ਤੇ ਪਹਿਲਾਂ ਆਪਾਂ ਪੌੜੀ ਤੋਂ ਗੱਲ ਆਰੰਭ ਕਰਦੇ ਹਾਂ। ਵੈਸੇ ਆਪਾਂ ਤੁਹਾਡੇ ਨਾਲ ਗੱਲ ਪਹਿਲਾਂ ਵੀ ਸਾਂਝੀ ਕਰਦੇ ਆ ਰਹੇ ਹਾਂ, ਪਰ ਕਈ ਸਰੋਤੇ ਨਵੇਂ ਹੁੰਦੇ ਨੇ, ਕਈਆਂ ਨੂੰ ਇਹ ਗੱਲ ਅਜੀਬ ਲੱਗਦੀ ਹੈ। ਇਹ ਤਾਂ ਮੈਂ ਗੱਲ ਦੁਹਰਾਉਣਾ ਵਾਂ ਕਿ ਜਦੋਂ ਆਪਾਂ ਲੜੀਵਾਰ ਗੁਰਬਾਣੀ ਦੀ ਵਿਚਾਰ ਕਰਦੇ ਹਾਂ, ਪਹਿਲਾਂ ਸ਼ਲੋਕ ਆਉਂਦੇ ਨੇ, ਫਿਰ ਪੌੜੀ ਆਉਂਦੀ ਹੈ, ਪਰ ਵਿਚਾਰ ਆਪਾਂ ਪਹਿਲਾਂ ਪੌੜੀ ਦੀ ਕਰਦੇ ਹਾਂ, ਸ਼ਲੋਕਾਂ ਦੀ ਬਾਅਦ ਵਿੱਚ ਕਰਦੇ ਹਾਂ। ਇਸ ਵਾਸਤੇ ਕਿਉਂਕਿ ਜਿਹੜੀ ਵਾਰ ਹੈ ਉਹ ਮੇਨ ਪੌੜੀਆਂ ਨੇ, ਤੇ ਆਪਾਂ ਪੌੜੀ ਤੋਂ ਵਿਚਾਰ ਤਾਂ ਆਰੰਭ ਕਰਦੇ ਹਾਂ ਵੀ ਆਪਾਂ ਨੂੰ ਵਿਸ਼ੇ ਦੀ ਸਮਝ ਲੱਗ ਜਾਏ ਵੀ ਕਿਸ ਵਿਸ਼ੇ ਦੀ ਗੱਲ ਗੁਰੂ ਸਾਹਿਬ ਇਸ ਵਾਰ ਦੇ ਵਿੱਚ ਕਰ ਰਹੇ ਨੇ। ਜਿਵੇਂ ਆਪਾਂ 3 ਨੰਬਰ ਪੌੜੀ ਦੀ ਵਿਚਾਰ ਜਦੋਂ ਤੁਹਾਡੇ ਨਾਲ ਸਾਂਝੀ ਕੀਤੀ ਹੈ, ਇਸ ਪੌੜੀ ਦਾ ਆਪਾਂ ਪਾਠ ਸਰਵਣ ਕੀਤਾ। ਆਪੀ ਨੇ ਭੋਗ ਭੋਗ ਕੇ ਹੋਏ ਭਸਮੜ ਭੌਰ ਸਧਾਇਆ, ਵੱਡਾ ਹੋਆ ਦੁਨੀਦਾਰ ਗਾਲ ਸੰਗਲ ਘੱਤ ਚਲਾਇਆ, ਅੱਗੇ ਕਰਨੀ ਕੀਰਤ ਵਾਚੀਐ ਬਹਿ ਲੇਖਾ ਕਰ ਸਮਝਾਇਆ। ਤੋ ਗੁਰਦੇਵ ਜੀ ਨੇ ਜਿਹੜੀ ਇੱਥੇ ਗੱਲ ਕੀਤੀ ਹੈ, ਆਪੀ ਨੇ ਭੋਗ ਭੋਗ ਕੇ, ਗੱਲ ਮੰਨਦੀ ਹੈ ਵੀ ਮਨ ਇਹ ਜੀਵ ਮਨ ਅੰਨਾ ਹੋਣ ਕਰਕੇ ਵਿਸ਼ਿਆਂ ਵਕਾਰਾਂ ਦੇ ਵਿੱਚ ਪੈ ਕੇ ਆਪੀ ਨੇ ਭੋਗ ਭੋਗ ਕੇ ਵੀ ਇਹ ਜੇ ਗਰਕ ਹੋਇਆ ਹੈ ਤੇ ਆਪ ਹੋਇਆ, ਇਹਨੂੰ ਕਿਸੇ ਦੂਜੇ ਨੇ ਗਰਕ ਨਹੀਂ ਕੀਤਾ। ਆਪੀ ਨੇ ਭੋਗ ਭੋਗ ਕੇ ਹੋਏ ਭਸਮੜ ਭੌਰ ਸਧਾਇਆ, ਅੰਦਰੋਂ ਜ਼ਮੀਰ ਰੂਪੀ ਭੌਰ ਨਿਕਲ ਗਿਆ। ਇਹ ਗੱਲ ਡੈਥ ਦੀ ਨਹੀਂ ਹੋ ਰਹੀ ਵੀ ਜਦੋਂ ਬੰਦਾ ਮਰ ਜਾਂਦਾ ਤੇ ਅੰਦਰੋਂ ਭੌਰ ਉਡਾਰੀ ਮਾਰ ਜਾਂਦਾ ਹੈ। ਗੁਰਬਾਣੀ ਜਿਉਂਦੇ ਮਨੁੱਖ ਵਾਸਤੇ ਉਪਦੇਸ਼, ਜਦੋਂ ਭੌਰ ਹੀ ਉੱਡ ਗਿਆ ਉਹਨੂੰ ਮਗਰੋਂ ਸਮਝਾਉਣ ਦਾ ਕੀ ਫਾਇਦਾ? ਕਿਉਂਕਿ ਜਦੋਂ ਬੰਦੇ ਦੀ ਡੈਥ ਹੋ ਗਈ, ਜਿੰਨੀ ਮੈਡੀਸਨ ਹੈ, ਜਿੰਨੀ ਵੀ ਐਜੂਕੇਸ਼ਨ ਹੈ, ਇੱਕ ਜਿਉਂਦੇ ਬੰਦੇ ਵਾਸਤੇ ਹੁੰਦੀ ਹੈ। ਡਾਕਟਰ ਵੀ ਜਿਉਂਦੇ ਬੰਦੇ ਨੂੰ ਦੱਸਦਾ, ਭਾਵੇਂ ਬਿਲਕੁਲ ਉਹ ਬੈੱਡ 'ਤੇ ਲੰਮਾ ਪਿਆ ਹੋਵੇ, ਉਹਨੂੰ ਹਦਾਇਤਾਂ ਦਿੱਤੀਆਂ ਜਾਂਦੀਆਂ ਵੀ ਤੂੰ ਆਹ ਖਾਣਾ ਹੈ, ਆਹ ਨਹੀਂ ਖਾਣਾ। ਉਹਦੇ ਪਰਿਵਾਰਕ ਮੈਂਬਰਾਂ ਨੂੰ ਦੱਸਿਆ ਜਾਂਦਾ ਵੀ ਇਹਨੂੰ ਆਹ ਚੀਜ਼ ਖਾਣ ਲਈ ਦਿਓ, ਆਹ ਚੀਜ਼ ਨਾ ਖਾਣ ਲਈ ਦਿਓ। ਡੈਥ ਹੋਈ, ਜਿਸ ਬੰਦੇ ਦੀ ਡੈਥ ਹੋ ਚੁੱਕੀ ਹੈ, ਉਹਨੂੰ ਵੀ ਭਲਾ ਇਹ ਗੱਲਾਂ ਦੀ ਲੋੜ ਪੈਂਦੀ ਹੈ? ਉਹ ਤਾਂ ਖਤਮ ਹੋ ਗਈ ਕਹਾਣੀ। ਐਜੂਕੇਸ਼ਨ ਵੀ ਜਿਉਂਦੇ ਬੰਦੇ ਵਾਸਤੇ ਹੈ।
ਜਿਹੜਾ ਬੰਦਾ ਬਿਮਾਰ ਹੈ ਪਰ ਜਿਉਂਦਾ ਹੈ ਉਹਦੇ ਵਾਸਤੇ ਉਹਨੂੰ ਤੁਸੀਂ ਕੋਈ ਗੱਲ ਸਮਝਾ ਦਿਓਗੇ। ਜਿਹੜਾ ਬੰਦਾ ਡੈਡ ਹੀ ਹੋ ਚੁੱਕਾ ਉਹਨੂੰ ਤੁਸੀਂ ਕੀ ਸਮਝਾਓਗੇ ਉਹਨੂੰ? ਤੋ ਜੇ ਬਾਕੀ ਦੁਨਿਆਵੀ ਗੱਲਾਂ ਜਿਉਂਦੇ ਬੰਦੇ ਵਾਸਤੇ, ਤੇ ਬਾਣੀ ਜਿਹੜਾ ਬੰਦਾ ਡੈਥ ਹੋ ਚੁੱਕੀ ਉਹਨੂੰ ਆਪਾਂ ਕਿ ਵੀ ਭੌਰ ਸੁਧਾ ਗਿਆ, ਆਪ ਹੀ ਨੇ ਭੋਗ ਭੋਗ ਕੇ ਹੋਏ ਭਸਮਟ ਭੌਰ ਸੁਧਾਇਆ, ਵੱਡਾ ਹੋਆ ਦੁਨੀਦਾਰ ਗਲ ਸੰਗਲ ਘੱਤ ਚਲਾਇਆ, ਅੱਗੇ ਕਰਨੀ ਕੀਰਤ ਵਾਚੀ। ਅੱਗੇ ਦਾ ਅਰਥ ਇੱਥੇ ਮਰਨ ਤੋਂ ਬਾਅਦ ਨਹੀਂ, ਇੱਥੇ ਗੱਲ ਵਰਤਮਾਨ ਦੀ ਹੈ ਵੀ ਜੇ ਮੈਂ ਇੱਥੇ ਆਪਣਾ ਅੱਜ ਨਾ ਸਾਂਭਿਆ ਤੇ ਕੱਲ੍ਹ ਆਉਣ ਵਾਲੇ ਸਮੇਂ 'ਚ ਮੇਰੇ ਕੰਮ ਵਾਚੇ ਜਾਣੇ ਆ, ਮੇਰੀ ਕਰਨੀ ਵੇਖੀ ਜਾਣੀ ਹੈ। ਪਹਿ ਲੇਖਾ ਕਰ ਸਮਝਾਇਆ, ਗੁਰੂ ਨੇ ਬੈਠ ਕੇ ਬਿਠਾ ਕੇ ਗੱਲ ਸਮਝਾ ਦਿੱਤੀ। ਹੁਣ ਥਾਂ ਨਾ ਹੋਵੇ ਪਾਉਂਦੀ, ਜੇ ਨਾ ਮੈਂ ਸਮਝਿਆ ਤੇ ਫਿਰ ਪਾਉਂਦੀ ਦਾ ਅਰਥ ਹੈ ਜੁੱਤੀਆਂ। ਫਿਰ ਇਹੋ ਜਿਹੇ ਇਨਸਾਨ ਨੂੰ ਜੁੱਤੀਆਂ ਪੈਣ ਨੂੰ ਵੀ ਥਾਂ ਨਹੀਂ ਮਿਲਦੀ, ਭਾਵ ਉਹ ਥਾਂ ਥਾਂ 'ਤੇ ਜਲੀਲ ਹੁੰਦਾ ਹੈ। ਹੁਣ ਸੁਣੀਏ ਕਾ ਰੁਆਇਆ, ਮਨ ਅੰਧਾ ਜਨਮ ਗਵਾਇਆ। ਅੰਨੇ ਮਨ ਨੂੰ ਸਮਝਾਇਆ ਜਾ ਰਿਹਾ, ਅੰਨਿਆ ਮਨਾ ਸੁਜਾਖਾ ਹੋ। ਹੁਣ ਸਲੋਕ ਵਿੱਚ ਗੁਰਦੇਵ ਜੀ ਨੇ ਜਿਹੜੀ ਗੱਲ ਬੜੀ ਪਿਆਰੀ ਕੀਤੀ ਹੈ ਵੀ ਜਿਹੜੇ ਲੋਕ ਇਸ ਮਨ ਅੰਨੇ ਨੂੰ ਸਹੀ ਬੰਨੇ ਤੋਰਨ ਵਾਸਤੇ ਯਤਨ ਕਰ ਰਹੇ ਆ, ਇਹ ਵੀ ਵੇਖਣਾ ਪੈਣਾ ਵੀ ਕਈ ਵਾਰੀ ਬੰਦਾ ਆਪਣੇ ਵਿਗੜੇ ਹੋਏ ਜੀਵਨ ਨੂੰ ਸੁਧਾਰਨ ਵਾਸਤੇ ਰਾਹ ਝਟਕ ਜਾਂਦਾ ਹੈ ਤੇ ਮੇਨ ਵਿਸਮਾਦ ਤੱਕ ਪਹੁੰਚਦਾ ਹੀ ਨਹੀਂ, ਮੇਨ ਆਨੰਦ ਤੱਕ ਪਹੁੰਚਦਾ ਹੀ ਨਹੀਂ। ਇਸ ਸ਼ਲੋਕ ਵਿੱਚ ਗੁਰਦੇਵ ਜੀ ਨੇ ਉਹਨਾਂ ਲੋਕਾਂ ਦੀ ਗਿਣਤੀ ਕੀਤੀ ਹੈ ਜਿਹੜੇ ਥੋੜ ਚਿਰੇ ਆਨੰਦ, ਥੋੜ ਚਿਰੇ ਵਿਸਮਾਦ ਵਿੱਚੋਂ ਆਪਣੇ ਆਪ ਨੂੰ ਇੱਦਾਂ ਪੇਸ਼ ਕਰਦੇ ਆ ਵੀ ਕਮਾਲ ਹੋ ਗਈ। ਭਾਵੇਂ ਉਹ ਕੋਈ ਬੰਦਾ ਸੰਗੀਤ ਸੁਣ ਕੇ ਵਿਸਮਾਦ 'ਚ ਆਉਂਦਾ ਹੈ, ਭਾਵੇਂ ਕੋਈ ਵੇਦ ਗ੍ਰੰਥ ਪੜ੍ਹ ਕੇ ਵਿਸਮਾਦ 'ਚ ਆਉਂਦਾ ਹੈ, ਭਾਵੇਂ ਕੋਈ ਵਿਅਕਤੀ ਕਿਸੇ ਜੀਵਾਂ ਦੀ ਭਿੰਨਤਾ ਵਾਸਤੇ ਵਿਸਮਾਦ 'ਚ ਆਉਂਦਾ ਹੈ। ਉੱਥੇ ਗੁਰਦੇਵ ਜੀ ਨੇ ਉਹਨਾਂ ਦੀ ਗਿਣਤੀ ਕੀਤੀ ਹੈ ਕਿ ਜਿਹੜੇ ਲੋਕ ਨਿੱਕੀਆਂ ਨਿੱਕੀਆਂ ਗੱਲਾਂ ਨੂੰ ਵੇਖ ਕੇ ਹੈਰਾਨ ਹੋ ਜਾਂਦੇ ਆ, ਅਸਲੀ ਵਿਸਮਾਦ ਤੱਕ ਪਹੁੰਚ ਹੀ ਨਹੀਂ ਪਾਉਂਦੇ। ਆਪਾਂ ਜਦੋਂ ਸ਼ਲੋਕ ਦਾ ਪਾਠ ਕੀਤਾ ਹੈ ਤੁਸੀਂ ਵੇਖਿਆ ਹੋਏਗਾ ਵਿਸਮਾਦ ਸ਼ਬਦ ਹਰ ਤੁਕ ਦੇ ਵਿੱਚ 2-2 ਵਾਰ ਆਇਆ ਹੈ। ਗੁਰਦੇਵ ਪਿਤਾ ਮਹਾਰਾਜ ਜੀ ਦੇ ਇਸ ਸ਼ਲੋਕ ਦੀ ਵਿਚਾਰ ਵੀ ਆਪਾਂ ਅਖੀਰਲੀਆਂ ਤੁਕਾਂ ਤੋਂ ਆਰੰਭ ਕਰਾਂਗੇ। ਵੇਖ ਵਿਡਾਣ ਰਹਿਆ, ਰਹਿ ਗਿਆ। ਵੇਖ ਵਿਡਾਣ, ਵਿਡਾਣ ਦਾ ਅਰਥ ਕੀ ਹੈ? ਕੌਤਕ। ਕਹਿੰਦੇ ਜਿਸ ਮਨੁੱਖ ਦਾ ਅੰਨਾ ਮਨ ਸੁਜਾਖਾ ਹੋਣ ਬੰਨੇ ਤੁਰ ਪੈਂਦਾ ਹੈ, ਉਹ ਫਿਰ ਵੇਖ ਵਿਡਾਣ, ਉਹ ਪ੍ਰਮਾਤਮਾ ਦੇ ਹੈਰਾਨੀਜਨਕ ਵਿਡਾਣ ਵੇਖ ਕੇ, ਹੈਰਾਨੀਜਨਕ ਕੌਤਕ ਵੇਖ ਕੇ ਰਹਿ ਜਾਂਦਾ ਹੈ, ਖਤਮ ਹੋ ਜਾਂਦਾ ਹੈ। ਵੇਖ ਵਿਡਾਣ ਰਹਿਆ ਵਿਸਮਾਦ, ਉਹ ਵਿਸਮਾਦ ਜ਼ਿੰਦਗੀ 'ਚੋਂ ਮੁੱਕ ਜਾਂਦਾ ਹੈ, ਖਤਮ ਹੋ ਜਾਂਦਾ ਹੈ, ਜਿਹੜਾ ਥੋੜ ਚਿਰਾ ਹੁੰਦਾ ਹੈ। ਨਾਨਕ ਬੁੱਝਣ ਪੂਰੇ ਭਾਗ। ਹੇ ਨਾਨਕ, ਇਹ ਗੱਲ ਪੂਰੇ ਭਾਗਾਂ ਨਾਲ ਬੁੱਝੀ ਜਾਂਦੀ ਹੈ, ਅਤੇ ਪੂਰੇ ਭਾਗ ਬਣਦੇ ਜਦੋਂ ਪੂਰਾ ਗੁਰੂ ਮਿਲੇ। ਆ ਲੜੀ ਜੋੜ ਕੇ ਰੱਖਣੀ ਹੈ। ਪੂਰੇ ਭਾਗ ਉਦੋਂ ਬਣਦੇ ਨੇ ਜਦੋਂ ਪੂਰਾ ਗੁਰੂ ਜੀਵਨ 'ਚ ਆਉਂਦਾ ਹੈ। ਨਾਨਕ ਬੁੱਝਣ ਪੂਰੇ ਭਾਗ। ਹੁਣ ਇਸ ਗੱਲ ਨੂੰ ਧਿਆਨ ਨਾਲ ਸਮਝਿਓ। ਸੰਸਾਰ ਦੇ ਅੰਦਰ ਜਦੋਂ ਮਨੁੱਖ ਰੱਬ ਦੇ ਰਸਤੇ 'ਤੇ ਤੁਰਨ ਦਾ ਦਾਅਵਾ ਕਰਦਾ ਹੈ, ਤੁਸੀਂ ਵੇਖੋ ਸੰਸਾਰ 'ਤੇ ਲੋਕ ਵੰਡੇ ਕਿੱਦਾਂ ਪਏ ਨੇ। ਇੱਕ ਤੀਰਥਾਂ 'ਤੇ ਇਸ਼ਨਾਨ ਕਰਨ ਨੂੰ ਇਹ ਸਮਝ ਰਿਹਾ ਵੀ ਵਾਹ ਵਾਹ, ਮਹੀਨੇ ਬਾਅਦ ਜਾਈਦਾ ਹੈ, ਹਫ਼ਤੇ ਬਾਅਦ ਜਾਈਦਾ ਹੈ, ਦਿਨ ਵੰਡੇ ਹੋਏ ਨੇ ਕਈਆਂ ਨੇ। ਉਹ ਤੀਰਥਾਂ ਦੇ ਇਸ਼ਨਾਨ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਜ਼ਿੰਦਗੀ ਦੀ ਪ੍ਰਾਪਤੀ ਸਮਝ ਕੇ ਬੈਠਾ ਵੀ ਤੀਰਥਾਂ 'ਤੇ ਇਸ਼ਨਾਨ ਕਰਨਾ ਮੇਰੀ ਜ਼ਿੰਦਗੀ ਦੀ ਪ੍ਰਾਪਤੀ ਹੈ। ਉਹ ਇਹਦੇ ਵਿੱਚੋਂ ਹੀ ਮਤਲਬ ਵਿਸਮਾਦ ਵਾਲੇ ਕੰਮ ਲੈ ਰਿਹਾ। ਵੇਖੋ ਜੀ, ਮੈਂ ਤਾਂ ਹੈਰਾਨ ਹੋ ਜਾਂਦਾ, ਉੱਥੇ ਭਾਈ ਇੱਕ ਥੋੜ੍ਹਾ, ਉੱਥੇ ਤਾਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਇਸ਼ਨਾਨ ਕਰਨ ਵਾਸਤੇ ਆਉਂਦੇ ਨੇ। ਇੱਕ ਬੰਦੇ ਦੀ ਜ਼ਿੰਦਗੀ ਦਾ ਟੀਚਾ, ਉਹਦਾ ਕੇਂਦਰ ਬਿੰਦੂ ਇਸ਼ਨਾਨ ਹੈ। ਇੱਕ ਬੰਦਾ ਸਰੀਰ 'ਤੇ ਸਵਾਹ ਮਲ ਕੇ ਬੈਠਾ ਹੋਇਆ, ਉਹਦਾ ਵਿਸਮਾਦ ਸਰੀਰ 'ਤੇ ਸਵਾਹ ਮਲਣ ਤੱਕ ਸੀਮਤ ਹੈ। ਇੱਕ ਬੰਦਾ ਸੰਗੀਤ, ਤਰ੍ਹਾਂ ਤਰ੍ਹਾਂ ਦੇ ਨਾਦ ਕੰਨਾਂ ਵਿੱਚ ਵੱਜਦੇ ਨੇ, ਉਹਦਾ ਵਿਸਮਾਦ ਉੱਥੋਂ ਤੱਕ ਸੀਮਤ ਹੈ। ਇੱਕ ਬੰਦਾ ਤਰ੍ਹਾਂ ਤਰ੍ਹਾਂ ਦੀਆਂ ਦੇਵੀ ਦੇਵਤੇ ਦੀਆਂ ਮੂਰਤੀਆਂ ਬਣਾ ਕੇ ਉਹਨਾਂ ਦੀ ਪੂਜਾ ਕਰਦਾ, ਉਹਨਾਂ ਦੇ ਅੱਗੇ ਤਰ੍ਹਾਂ ਤਰ੍ਹਾਂ ਦੇ ਪਕਵਾਨ ਬਣਾ ਕੇ ਅਰਪਣ ਕਰਦਾ, ਉਹਦਾ ਵਿਸਮਾਦ ਉੱਥੋਂ ਤੱਕ ਹੈ। ਜਿਵੇਂ ਗੁਰੂ ਅਮਰਦਾਸ ਮਹਾਰਾਜ ਜੀ ਦੀ ਜਦੋਂ ਅਸੀਂ ਆਨੰਦ ਬਾਣੀ ਪੜ੍ਹਦੇ ਹਾਂ, ਗੁਰੂ ਅਮਰਦਾਸ ਜੀ ਬੜਾ ਪਿਆਰਾ ਬਚਨ ਕਹਿੰਦੇ ਨੇ, ਆਨੰਦ ਆਨੰਦ ਸਭ ਕੋ ਕਹੇ। ਆਨੰਦ ਸ਼ਬਦ 'ਤੇ ਤੁਸੀਂ ਵੇਖੋ ਆਮ ਹੀ ਬੰਦਾ ਬੋਲ ਦਿੰਦਾ, ਪ੍ਰਸ਼ਾਦਾ ਛਕਿਆ ਹੋਵੇ, ਰੋਟੀ ਖਾਧੀ ਹੋਵੇ ਅਤੇ ਖਾਣਾ ਖਾ ਕੇ ਨਹੀਂ ਬੰਦਾ ਅੱਜ ਤਾਂ ਆਨੰਦ ਹੀ ਆ ਗਿਆ। ਕੀ ਸੱਚੀ ਉਹ ਆਨੰਦ ਹੁੰਦਾ ਹੈ? ਆਨੰਦ ਦਾ ਤਾਂ ਵਿਰੋਧੀ ਸ਼ਬਦ ਹੀ ਕੋਈ ਨਹੀਂ ਹੈਗਾ। ਆਨੰਦ ਜਿਹੜਾ ਇੱਕ ਵਾਰ ਆ ਗਿਆ ਮੁੜ ਕੇ ਜਾਣਾ ਹੀ ਨਹੀਂ। ਇਹ ਤਾਂ ਕਹਤਾ ਅੱਜ ਤੱਕ ਖਾਣਾ ਖਾ ਕੇ ਆਨੰਦ ਆ ਗਿਆ, ਸੱਚੀ ਆ ਗਿਆ। ਉਹ ਸਵਾਦ ਹੈ, ਤੇਰੇ ਜ਼ੁਬਾਨ ਦਾ ਚਸਕਾ ਹੈ, ਆਨੰਦ ਨਹੀਂ ਆਇਆ। ਜੇ ਅੱਜ ਆਨੰਦ ਹੈ ਤਾਂ ਫਿਰ ਆਨੰਦ 'ਤੇ ਟੁੱਟਣਾ ਨਹੀਂ ਸੀ ਚਾਹੀਦਾ। ਕੱਲ੍ਹ ਖਾਏਗਾ, ਕਹੇਗਾ ਅੱਜ ਨਹੀਂ, ਅੱਜ ਗੱਲ ਜੀ ਨਹੀਂ ਬਣੀ, ਜਾਂ ਨਮਕ ਵੱਧ ਹੈ ਜਾਂ ਨਮਕ ਘੱਟ ਹੈ।
ਸਬਜ਼ੀ ਕੱਚੀ ਰਹਿ ਗਈ ਹੈ, ਕੁਝ ਨਾ ਕੁਝ ਬੋਲੇਗਾ ਨਾ। ਫਿਰ ਕੱਲ ਆਨੰਦ ਸੀ, ਅੱਜ ਆਨੰਦ ਕਿੱਥੇ ਚਲਾ ਗਿਆ? ਇਹਦਾ ਮਤਲਬ ਉਹ ਆਨੰਦ ਨਹੀਂ ਸੀ, ਪਰ ਅਸੀਂ ਕਹਿ ਦਿੱਤਾ ਆਨੰਦ। ਜਿਵੇਂ ਇੱਕ ਬੰਦੇ ਨੂੰ ਕਿਸੇ ਟੇਲਰ ਕੋਲੋਂ ਕੱਪੜੇ ਸਿਲਾਏ, ਉਹਨੇ ਕਿਸੇ ਟੇਲਰ ਕੋਲੋਂ ਕੱਪੜੇ ਸਿਲਾਏ, ਉਹਨੇ ਗਲ ਪਾਏ, ਕਹਿੰਦਾ ਬੱਲੇ ਬੱਲੇ, ਬੜੇ ਟੇਲਰਾਂ ਕੋਲੋਂ ਕੱਪੜੇ ਸਵਾਏ, ਪਰ ਇਸ ਟੇਲਰ ਦੇ ਕੋਲੋਂ ਕੱਪੜੇ ਸਿਲਾਉਣ ਦਾ ਤਾਂ ਆਨੰਦ ਹੀ ਆ ਗਿਆ। ਅੱਛਾ, ਮੰਨ ਲਓ ਉਹਨੇ ਤੇਰੇ 3 ਕਮੀਜ਼ ਪਜਾਮੇ, 2-4 ਪੈਂਟ ਕਮੀਜ਼ਾਂ ਵਧੀਆ ਸੀਤੀਆਂ, ਇੱਕ ਵਾਰ ਕਿਤੇ ਉਹਦੇ ਕੋਲੋਂ ਕੋਈ ਫਰਕ ਪੈ ਗਿਆ, ਕਿਤੇ ਬਟਨ ਟੇਢਾ ਮੇਢਾ ਲੱਗ ਗਿਆ, ਉਹ ਕਮੀਜ਼ ਇੱਕ ਬੰਨੇ ਉੱਚਾ ਨੀਵਾਂ ਹੋ ਗਿਆ, ਅਗਲੀ ਵਾਰੀ ਕਈ ਤਾਂ ਇਹੋ ਜਿਹੇ ਬੰਦੇ ਗੁੱਸੇ 'ਚ ਆ ਜਾਂਦੇ, ਕਲਪ ਕੇ ਮਾਰ ਕੇ ਆਉਂਦੇ ਮੱਥੇ 'ਤੇ ਵੀ ਮੈਨੂੰ ਨਵਾਂ ਕੱਪੜਾ ਲਿਆ ਕੇ ਸਿਲਾਈ ਕਰਕੇ ਦਿਓ। ਦੇਣੇ ਪੈਂਦੇ ਨੇ ਫਿਰ ਉੱਥੇ, ਕੀ ਕਰਨ ਬੰਦੇ ਅਗਲੇ? ਉਹ ਕਹਿੰਦੇ ਸਾਡਾ ਗਾਹਕ ਹੈ, ਕਸਟਮਰ ਹੈ ਭਾਈ, ਨਾਰਾਜ਼ ਥੋੜ੍ਹਾ ਕਰਨਾ ਸੀ। ਐਸੇ ਵੀ ਕਈ ਬੰਦੇ ਖਿੱਚ ਕੇ ਵੀ ਵਿਆਹ ਜਾਣਾ ਸੀ, ਭਾਈ ਮੈਂ, ਤੂੰ ਮੇਰੇ ਕੱਪੜੇ ਦੀ ਡੰਡ ਲਾਤੀ। ਪਰ ਇੱਕ ਵਾਰੀ ਕੀ ਕਹਿੰਦਾ ਸੀ, ਆਨੰਦ ਆ ਗਿਆ। ਉਹ ਆਨੰਦ ਅੱਜ ਕਿੱਥੇ ਗਿਆ? ਕਈ ਬੰਦੇ ਗੱਡੀਆਂ 'ਤੇ ਚੜ੍ਹਨ ਲੱਗਿਆ ਕਹਿਣਗੇ ਗੱਡੀਆਂ ਵੱਡੀਆਂ 'ਤੇ ਸਫ਼ਰ ਕੀਤਾ, ਕਾਰਾਂ ਵੱਡੀਆਂ ਰੱਖੀਆਂ, ਪਰ ਇਸ ਕਾਰ ਦਾ ਤੇ ਆਨੰਦ ਹੀ ਵੱਖਰਾ। ਉਹ ਅਸਲ 'ਚ ਆਨੰਦ ਨਹੀਂ ਹੁੰਦਾ। ਆਨੰਦ ਦਾ ਤੇ ਵਿਰੋਧੀ ਸ਼ਬਦ ਹੀ ਹੈ ਨਹੀਂ। ਗੁਰੂ ਅਮਰਦਾਸ ਜੀ ਕਹਿੰਦੇ ਆਨੰਦ ਸਭ ਕੋ ਕਹੈ। ਆਨੰਦ ਤੇ ਲੋਕ ਨਿੱਕੀ ਨਿੱਕੀ ਚੀਜ਼ 'ਤੇ ਕਹੀ ਜਾਂਦੇ ਆ। ਘੁੰਮਣ ਜਾਣ, ਵਾਹ ਬੱਲੇ ਬੱਲੇ ਬੱਲੇ, ਘੁੰਮਣ ਗਏ, ਉੱਥੇ ਹਰੀਆਂ ਐ ਗਰੀਨਰੀ ਇੰਨੀ ਸੋਹਣੀ, ਐ ਪਹਾੜਾਂ ਤੋਂ ਪਾਣੀ ਡਿੱਗਦਾ, ਆਨੰਦ ਹੀ ਆ ਗਿਆ। ਇਹ ਸੱਚੀ ਆਨੰਦ ਹੁੰਦਾ ਹੈ। 10 ਮਿੰਟ ਦਾ ਨਜ਼ਾਰਾ ਵੇਖ ਕੇ ਆਨੰਦ। ਅੱਛਾ, ਉੱਥੇ ਆਨੰਦ ਸੀ, ਰਾਹ ਜਾਣ ਕੇ ਫੇਰ ਲੜ ਪਏ ਦੋਵੇਂ ਜੀ, ਬੱਚਿਆਂ ਦੇ ਵਿੱਚ ਹੀ ਤੂੰ ਮੈਂ ਚੱਲ ਪਈ। ਕਿਹੜਾ ਆਨੰਦ ਹੈ ਜੀ? ਗੁਰੂ ਅਮਰਦਾਸ ਜੀ ਕਹਿੰਦੇ ਹੁਣ ਤਾਂ ਕੋਈ ਮੂਵੀ ਵੇਖ ਕੇ ਆਨੰਦ ਲਈ ਜਾਂਦਾ। ਤੁਸੀਂ ਵੇਖਿਓ ਲੋਕਾਂ ਦੇ ਆਨੰਦ ਵੇਖਿਓ। ਇੱਕ ਕ੍ਰਿਕਟ ਦਾ ਮੈਚ ਵੇਖ ਕੇ ਆਨੰਦ ਲੈ ਰਿਹਾ, ਇੱਕ ਗੇਮ ਖੇਡ ਕੇ ਆਨੰਦ ਲੈ ਰਿਹਾ, ਇੱਕ ਫਿਲਮਾਂ ਵੇਖ ਕੇ ਆਨੰਦ ਲੈ ਰਿਹਾ, ਕਈਆਂ ਨੂੰ ਕਲਾਕਾਰਾਂ ਦੇ ਗਾਣੇ ਉਹ 'ਚੋਂ ਆਨੰਦ ਲਈ, ਜਿਹਦੇ ਬੱਲੇ ਬੱਲੇ ਆਨੰਦ ਹੀ ਆ ਗਿਆ। 50 ਵਾਰ ਸੁਣ ਲਿਆ, ਅਜੇ ਵੀ ਕੰਨਾਂ ਨੂੰ ਲੱਗਦਾ ਨਵਾਂ ਹੀ ਆ। ਹੁਣ ਹਰ ਇੱਕ ਬੰਦੇ ਦਾ ਆਨੰਦ ਵੱਖਰਾ ਵੱਖਰਾ ਨਾ। ਆਨੰਦ ਨਹੀਂ ਹੁੰਦਾ ਅਸਲ 'ਚ, ਉਹ ਚਸਕਾ ਵਾ। ਗੁਰੂ ਅਮਰਦਾਸ ਜੀ ਕਹਿੰਦੇ ਆਨੰਦ ਸਭ ਕੋ ਕਹੈ। ਜਿਵੇਂ ਇੱਥੇ ਵਿਸਮਾਦ ਸ਼ਬਦ ਹੈ ਨਾ, ਵੀ ਇੱਕ ਬੰਦੇ ਨੂੰ ਵਿਸਮਾਦ ਸੰਗੀਤ ਸੁਣ ਕੇ ਆਈ ਜਾਂਦਾ, ਬੱਲੇ ਬੱਲੇ ਕਮਾਲ ਹੋ ਗਈ। ਵੇਦ ਗ੍ਰੰਥਾਂ 'ਚੋਂ ਵਿਸਮਾਦ ਲਈ ਜਾਂਦਾ। ਇਹਨਾਂ ਗ੍ਰੰਥਾਂ ਬਾਰੇ ਬਾਣੀ ਕਹਿੰਦੀ, ਬੇਦ ਕੀ ਪੁੱਤਰੀ ਸਿਮਰਤੀ ਪਾਈ, ਸਾਂਕਲ ਜੇਵਰੀ ਲੈ ਆਈ। ਭਗਤ ਕਬੀਰ ਜੀ ਵਰਗੇ ਯੋਧੇ ਕਹਿੰਦੇ ਆ, ਇਹ ਸੰਸਾਰ ਵਾਸਤੇ ਸੰਗਲ ਤੇ ਜੰਜੀਰਾਂ ਲੈ ਕੇ ਆਈ ਆ। ਇੱਕ ਬੰਦਾ ਇਹ 'ਚੋਂ ਵਿਸਮਾਦ ਲੈ ਰਿਹਾ। ਇੱਕ ਬੰਦੇ ਨੂੰ ਗਾਣੇ ਪਸੰਦ ਨਹੀਂ ਆਉਂਦਾ, ਗੰਦੇ ਆ, ਇਹ ਪਰਿਵਾਰਾਂ ਦੇ ਸੁਣਨ ਵਾਲੇ ਨਹੀਂ, ਇੱਕ ਗੰਦੇ ਗਾਣਿਆਂ 'ਚੋਂ ਆਨੰਦ ਲੈ ਰਿਹਾ। ਹੁਣ ਤੁਸੀਂ ਕੀ ਕਰੋਗੇ ਬੰਦੇ ਦਾ? ਗੁਰੂ ਅਮਰਦਾਸ ਜੀ ਕਹਿੰਦੇ ਆਨੰਦ ਸਭ ਕੋ ਕਹੈ, ਆਨੰਦ ਗੁਰੂ ਤੇ ਜਾਣੇ। ਅਸਲੀ ਆਨੰਦ ਗੁਰੂ ਕੋਲੋਂ ਜਾਣਿਆ ਜਾਣਾ। ਗੁਰੂ ਦੱਸੇਗਾ ਅਸਲੀ ਆਨੰਦ ਕੀ ਹੈ। ਫਿਰ ਜਿਹੜਾ ਗੁਰੂ ਕੋਲੋਂ ਆਨੰਦ ਆਉਣਾ ਹੈ ਨਾ, ਉਹ ਆਨੰਦ ਜ਼ਿੰਦਗੀ 'ਚ ਫਿਰ ਕਦੀ ਮੁੱਕੇਗਾ ਨਹੀਂ। ਉਹਨੂੰ ਬਾਣੀ 'ਚ ਇੰਝ ਲਿਖਿਆ, ਜਿਸ ਮਿਲਿਆ ਮਨ ਹੋਏ ਆਨੰਦ, ਸੋ ਸਤਿਗੁਰ ਕਹੀਐ। ਸਤਿਗੁਰ ਦੀ ਡੈਫੀਨੇਸ਼ਨ ਹੀ ਇਹ ਆ, ਸਤਿਗੁਰ ਦੀ ਪਰਿਭਾਸ਼ਾ ਹੀ ਇਹ ਆ, ਜਿਹਨੂੰ ਮਿਲਣ ਨਾਲ ਜ਼ਿੰਦਗੀ 'ਚ ਆਨੰਦ ਆ ਜਾਏ। ਆਨੰਦ ਦਾ ਵਿਰੋਧੀ ਸ਼ਬਦ ਹੈ ਹੀ ਨਹੀਂ। ਫਿਰ ਦੁੱਖ ਦਾ ਸੁੱਖ ਵਾ, ਧੁੱਪ ਦਾ ਛਾਂ ਵਾ, ਉਦਮ ਦਾ ਆਲਸ ਵਾ। ਆਨੰਦ ਦਾ ਤੇ ਵਿਰੋਧੀ ਸ਼ਬਦ ਹੈ ਹੀ ਨਹੀਂ, ਕਿਉਂਕਿ ਆਨੰਦ ਮੀਨਿੰਗ ਆਨੰਦ। ਇਹ ਤੋਂ ਬਾਅਦ ਖਤਮ ਕਹਾਣੀ। ਗੁਰੂ ਅਮਰਦਾਸ ਜੀ ਕਹਿੰਦੇ ਆਨੰਦ ਸਭ ਕੋ ਕਹੈ, ਆਨੰਦ ਗੁਰੂ ਤੇ ਜਾਣਿਆ ਆਨੰਦ ਸਦਾ ਗੁਰ ਤੇ, ਕਿਰਪਾ ਕਰੇ ਪਿਆਰਿਆ, ਕਰ ਕਿਰਪਾ ਕਿਲ ਵਿਖ ਕੱਟੇ, ਗਿਆਨ ਅੰਜਨ ਸਾਰਿਆ, ਅੰਦਰੋਂ ਜਿਨ ਕਾ ਮੋਹ ਟੁੱਟਾ, ਤਿਨ ਕਾ ਸ਼ਬਦ ਸੱਚੈ ਸਵਾਰਿਆ। ਅੰਦਰੋਂ ਜਿਨ ਕਾ ਮੋਹ ਟੁੱਟਾ। ਜਿਹੜੀਆਂ ਚੀਜ਼ਾਂ ਅੰਦਰ ਆਨੰਦ ਨਹੀਂ ਸੀ ਆਉਣ ਦਿੰਦੀਆਂ, ਉਹ ਚੀਜ਼ਾਂ ਨਾਲੋਂ ਅੰਦਰੋਂ ਨਾਤਾ ਟੁੱਟ ਗਿਆ, ਲਿੰਕ ਟੁੱਟ ਗਿਆ। ਤਿਨ ਕਾ ਸ਼ਬਦ ਸੱਚਾ ਸਵਾਰਿਆ। ਇੱਥੇ ਪਾਤਸ਼ਾਹ ਜੀ ਕਹਿੰਦੇ ਨੇ, ਵੇਖ ਵਿਡਾਣ ਹੈਰਾਨੀ ਜਨਕ ਕੌਤਕ ਵੇਖ ਕੇ ਰਹਿਆ, ਮੁੱਕ ਗਿਆ, ਖਤਮ ਹੋ ਗਿਆ, ਰਹਿ ਗਿਆ। ਆਪਾਂ ਨੇ ਕਹਿੰਦੇ ਹੁਣ ਇਹ ਬੰਦਾ ਰਹਿ ਗਿਆ ਭਾਈ, ਹੁਣ ਰਹਿ ਗਿਆ। ਕਿੱਥੇ ਰਹਿ ਗਿਆ ਭਾਵ? ਰਹਿ ਗਿਆ। ਆਪਾਂ ਨੇ ਕਹਿੰਦੇ ਆਪਾਂ ਉੱਥੋਂ ਆ ਗਏ, ਫਲਾਣਾ ਬੰਦਾ ਉੱਥੇ ਰਹਿ ਗਿਆ। ਇੱਕ ਤਾਂ ਆਹ ਵੀ ਗੱਲ ਹੈ। ਦੂਜਾ ਕੀ ਹੈ? ਹੁਣ ਇਹ ਰਹਿ ਗਿਆ ਵਾ, ਹੁਣ ਨਹੀਂ ਤੁਰਿਆ ਜਾਂਦਾ ਇਹਦੇ ਕੋਲੋਂ। ਪੰਜਾਬੀ ਭਾਸ਼ਾ ਦੇ ਸ਼ਬਦ ਨੇ ਆਪਣੀ ਤੇ। ਆਪਾਂ ਨੇ ਕਿਤੇ ਉੱਥੇ ਗਏ ਸੀ ਅਸੀਂ 5 ਜਾਣੇ, ਅਸੀਂ 4 ਆ ਗਏ, ਇੱਕ ਉੱਥੇ ਹੀ ਰਹਿ ਗਿਆ। ਉੱਥੇ ਛੱਡ ਆਏ, ਰਹਿ ਗਿਆ ਉੱਥੇ। ਇੱਕ ਇਹ ਗੱਲ। ਦੂਜੀ ਗੱਲ, ਹੁਣ ਇਹ ਰਹਿ ਗਿਆ ਵਾ, ਹੁਣ ਨਹੀਂ ਤੁਰਿਆ ਜਾਂਦਾ ਇਹਦੇ ਕੋਲੋਂ। ਬਜ਼ੁਰਗ ਹੋ ਗਿਆ ਨਾ, ਹੁਣ ਨਹੀਂ ਹੱਥ ਪੈਰ ਕੰਮ ਕਰਦੇ, ਰਹਿ ਗਿਆ ਹੁਣੇ।
ਭਾਵ ਹੰਬ ਗਿਆ ਵਾ। ਕਹਿੰਦੇ ਵੇਖ ਵਿਡਾਣ ਰਹਿਆ, ਰਹਿ ਗਿਆ, ਮੁੱਕ ਗਿਆ, ਖਤਮ ਹੋ ਗਿਆ। ਵੇਖ ਵਿਡਾਣ ਰਹਿਆ ਵਿਸਮਾਦ, ਉਹ ਵਿਸਮਾਦ ਰਹਿ ਗਿਆ ਹੁਣ ਜਿਹੜਾ ਥੋੜ੍ਹ ਚਿਰਾ ਸੀ, ਜਿਹੜਾ ਵਕਤੀ ਸੀ, ਜਿਹੜਾ ਕੋਈ ਕਿਸੇ ਚੀਜ਼ 'ਚੋਂ ਵਿਸਮਾਦ ਪੈਦਾ ਹੁੰਦਾ ਸੀ, ਜਿਹੜਾ ਕਿਸੇ ਚੀਜ਼ 'ਚੋਂ ਵਿਸਮਾਦ ਪੈਦਾ ਹੁੰਦਾ ਸੀ। ਹੁਣ ਵਿਸਮਾਦ ਉਹ ਪੈਦਾ ਹੋ ਗਿਆ ਜਿਹੜਾ ਵਿਸਮਾਦ ਸਦਾ ਬਹਾਰ ਆ। ਹੁਣ ਤਾਂ ਵੱਡੀਆਂ ਚੀਜ਼ਾਂ ਵੇਖ ਕੇ ਵਿਸਮਾਦ ਆਉਂਦਾ। ਜਿਵੇਂ ਜਿੰਨਾ ਕੁ ਬੰਦੇ ਦਾ ਦਾਇਰਾ ਹੋਵੇ, ਜਿਵੇਂ ਖੂਹ ਦੇ ਡੱਡੂ ਦਾ, ਉਹਦੇ ਵਾਸਤੇ ਖੂਹ ਹੀ ਸਭ ਕੁਝ ਹੈ। ਪਰ ਜਿਹੜਾ ਸਮੁੰਦਰ ਦਾ ਡੱਡੂ, ਉਹਨੇ ਤਾਂ ਬੜਾ ਕੁਝ ਵੇਖਿਆ। ਹੁਣ ਆਪਾਂ ਇੱਦਾਂ ਵੇਖੀਏ, ਜਿਹੜਾ ਬੰਦਾ ਜਿੰਨੇ ਕੁ ਦਾਇਰੇ 'ਚ ਰਿਹਾ ਹੋਵੇ ਨਾ, ਉਹ ਓਨੀ ਕੁ ਸਿੱਖਿਆ ਲੈਂਦਾ। ਜਿਹੜਾ ਬੰਦਾ, ਹੁਣ ਇੱਕ ਬੰਦਾ ਪਿੰਡ 'ਚ ਰਹਿਣ ਵਾਲਾ ਹੈ, ਉਹਨੇ ਵੇਖਿਆ ਉਹਨਾਂ ਕੁਝ। ਹੌਲੀ ਹੌਲੀ ਉਹ ਆਪਣੇ ਪਿੰਡ ਤੋਂ ਲਾਗੇ ਕਸਬਾ ਉੱਥੇ ਜਾਂਦਾ, ਉਹਨੂੰ ਥੋੜ੍ਹਾ ਜਿਹਾ ਹੋਰ ਪਤਾ ਲੱਗਦਾ। ਫਿਰ ਤੋਂ ਬਾਅਦ ਹੌਲੀ ਹੌਲੀ ਉਹ ਆਪਣੇ ਸ਼ਹਿਰ ਜਾਂਦਾ, ਥੋੜ੍ਹਾ ਹੋਰ ਪਤਾ ਲੱਗਦਾ। ਫਿਰ ਹੌਲੀ ਹੌਲੀ ਉਹ ਇੱਕ ਸ਼ਹਿਰ ਤੋਂ ਦੂਜੇ ਸ਼ਹਿਰ ਜਾਂਦਾ, ਹੋਰ ਪਤਾ ਲੱਗਦਾ। ਫਿਰ ਤੀਜੇ ਸ਼ਹਿਰ ਜਾਂਦਾ, ਉਹਨੂੰ ਹੋਰ ਪਤਾ ਲੱਗਦਾ। ਫਿਰ ਹੌਲੀ ਹੌਲੀ ਉਹ ਇੱਕ ਜ਼ਿਲ੍ਹੇ ਤੋਂ ਦੂਜੇ ਜ਼ਿਲ੍ਹੇ ਜਾਂਦਾ, ਫਿਰ ਤੀਜੇ ਜ਼ਿਲ੍ਹੇ ਜਾਂਦਾ, ਫਿਰ ਉਹ ਪੰਜਾਬ ਦੇ ਵੱਖ-ਵੱਖ ਇਲਾਕਿਆਂ ਜਾਂਦਾ, ਜਿਸ ਵੀ ਸਟੇਟ ਦਾ ਰਹਿਣ ਵਾਲਾ। ਫਿਰ ਹੌਲੀ ਹੌਲੀ ਉਹ ਜਿੱਥੋਂ ਗਾਂਹ ਤੁਰਿਆ ਜਾਂਦਾ, ਉਹਦਾ ਓਨਾ ਹੀ ਗਿਆਨ ਵੱਧਦਾ ਜਾਂਦਾ ਹੈ। ਉਹਨੂੰ ਉਨੀ ਨੌਲੇਜ ਹੈ, ਉਹਨੂੰ ਓਨਾ ਸਮਝ ਆਈ ਜਾਂਦੀ ਹੈ। ਅੱਛਾ, ਇੱਦਾਂ ਹੀ ਪੜ੍ਹਾਈ ਹੈ। ਇੱਕ ਬੰਦਾ ਨਹੀਂ ਗਿਆ, ਪਰ ਉਹ ਪੜ੍ਹਦਾ ਹੈ, ਵੇਖਦਾ, ਰੋਜ਼ ਸਟੱਡੀ ਕਰਦਾ। ਉਹ ਰੋਜ਼ ਪੜ੍ਹ ਕੇ ਗਿਆਨ ਲੈ ਕੇ ਪਾਸੋਂ ਕਹਿੰਦਾ ਇਸ ਕੰਟਰੀ 'ਚ ਇੱਦਾਂ ਹੋਇਆ, ਇਸ ਕੰਟਰੀ 'ਚ ਇੱਦਾਂ ਹੋਇਆ। ਹੁਣ ਜਿਹੜੇ ਕਈ ਬੰਦੇ ਗਏ ਕਿਤੇ ਵੀ ਨਹੀਂ ਹੁੰਦੇ, ਧਿਆਨ ਨਾਲ ਸੁਣਿਓ, ਪਰ ਉਹ ਨਿਊਜ਼ ਪੜ੍ਹਦੇ ਆ, ਉਹ ਅਖਬਾਰ ਪੜ੍ਹਦੇ ਆ, ਵੈਬਸਾਈਟਾਂ 'ਤੇ ਜਾ ਕੇ ਉੱਥੋਂ ਸਟੱਡੀ ਕਰਦੇ ਆ। ਉਹ ਫਿਰ ਇੱਦਾਂ ਬੈਠੇ ਦੱਸੀ ਜਾਂਦੇ ਆ, ਇੱਥੇ ਆਹ ਹੋਇਆ, ਇੱਥੇ ਆਹ ਹੋਇਆ। ਹੁਣ ਇੱਕ ਪੱਤਰਕਾਰ ਤਾਂ ਐਸਾ ਹੈ ਜਿਹੜਾ ਥਾਂ 'ਤੇ ਜਾ ਕੇ ਆਪਣੇ ਮੇਨ ਹੈਡ ਆਫਿਸ ਨੂੰ ਰਿਪੋਰਟ ਦਿੰਦਾ, ਪਰ ਇੱਕ ਪੱਤਰਕਾਰ ਆਫਿਸ ਵਿੱਚ ਬੈਠਾ ਸਟੱਡੀ ਕਰ ਰਿਹਾ। ਉਹ ਹਰ ਕੰਟਰੀ ਬਾਰੇ ਦੱਸਦਾ, ਇੱਥੇ ਆਹ ਹੋਇਆ, ਇੱਥੇ ਆਹ ਹੋਇਆ, ਟਰੰਪ ਨੇ ਇੱਦਾਂ ਕਹਿਤਾ, ਟਰੂਡੋ ਨੇ ਆਹ ਗੱਲ ਕਹਿਤੀ। ਕਿੱਦਾਂ ਪਤਾ ਲੱਗਾ ਉਹਨੂੰ? ਉਹ ਤਾਂ ਉੱਥੇ ਬੈਠਾ। ਕਿਉਂਕਿ ਅਗਲਾ ਅਤੇ ਇੱਕ ਬੰਦਾ ਉਹ ਵੀ ਹੁੰਦਾ ਜਿਹਨੂੰ ਪਿੰਡ ਦੇ ਸਰਪੰਚ ਬਾਰੇ ਵੀ ਨਹੀਂ ਪਤਾ ਹੁੰਦਾ। ਖਾਂਦਾ ਉਹ ਵੀ ਰੋਟੀ ਹੈ, ਇੱਕ ਨੂੰ ਪਿੰਡ ਦੇ ਸਰਪੰਚ, ਇੱਕ ਨੂੰ ਇਹ ਵੀ ਨਹੀਂ ਪਤਾ ਹੁੰਦਾ। ਇਹ ਗੱਲ ਬੰਦੇ ਦੇ ਇੱਦਾਂ ਹੀ ਧਰਮ ਦੀ ਦੁਨੀਆ 'ਚ ਹੈ। ਇੱਕ ਬੰਦੇ ਦਾ ਦਾਇਰਾ ਇੰਨਾ ਕੁ ਹੈ ਜਿਹੜਾ ਸਰੀਰ 'ਤੇ ਸਵਾਹ ਮਾਰਨ ਨੂੰ ਧਰਮ ਸਮਝੀ ਬੈਠਾ, ਮੂਰਤੀਆਂ ਦੀ ਪੂਜਾ ਕਰਨ ਨੂੰ ਧਰਮ ਸਮਝੀ ਬੈਠਾ, ਜਿਹੜਾ ਆਰਤੀਆਂ ਕਰਨ ਨੂੰ ਧਰਮ ਸਮਝੀ ਬੈਠਾ, ਜਿਹੜਾ ਟੱਲੀਆਂ ਖੜਕਾਉਣ ਨੂੰ ਹੀ ਜ਼ਿੰਦਗੀ ਦਾ ਅਖੀਰਲਾ ਸੱਚ ਸਮਝ ਕੇ ਬੈਠਾ ਹੋਇਆ ਹੈ। ਇਹਨਾਂ ਸਲੋਕਾਂ 'ਚ ਉਹਨਾਂ ਦੀ ਗੱਲ ਕੀਤੀ ਹੋਈ ਮਹਾਰਾਜ ਨੇ। ਮੰਨਨੇ ਆ ਵੇਖ ਲਾ, ਇੱਥੇ ਦੁਨੀਆ ਦੇ ਲੋਕ ਇਹਨਾਂ ਕੰਮਾਂ 'ਚ ਫਸੇ ਪਏ ਆ। ਜ਼ਮੀਰ ਤੇ ਆਪੇ ਮਰਨੀ ਸੀ, ਹੋਏ ਭਸਮੜ ਭੌਰ ਸਦਾਇਆ। ਲੋਕ ਤੇ ਸੱਚ ਤੱਕ ਪਹੁੰਚੇ ਹੀ ਨਹੀਂ। ਮਹਾਰਾਜ ਕਹਿੰਦੇ ਆ ਵੇਖ ਵਿਡਾਣ ਰਹਿਆ, ਮੁੱਕ ਗਿਆ, ਹੰਬ ਗਿਆ, ਥੱਕ ਗਿਆ, ਰਹਿਆ ਵਿਸਮਾਦ, ਨਾਨਕ ਬੁੱਝਣ ਪੂਰੇ ਭਾਗ। ਪਾਤਸ਼ਾਹ ਜੀ ਇੱਥੇ ਗੱਲ ਬੜੇ ਪਿਆਰ ਨਾਲ ਸਮਝਾਉਂਦੇ ਆ। ਵਿਸਮਾਦ ਨਾਦ ਦਾ ਅਰਥ ਕੀ ਹੈ? ਸ਼ਬਦ। ਹੁਣ ਕਈ ਬੰਦੇ ਤੁਸੀਂ ਵੇਖੇ ਹੋਣਗੇ, ਹੁਣ ਜਿਹੜੇ ਜੋਗੀ ਲੋਕ ਸੀ, ਉਹ ਸਿੰਘੀ ਨਾਦ ਵਜਾ ਕੇ ਉਹਦੇ 'ਚੋਂ ਵੀ ਸਮਾਦ ਲੈਂਦੇ। ਆਨੰਦ ਆ ਗਿਆ। ਅਤੇ ਬਾਪੂ ਨੂੰ ਕਹਿਣਾ ਪਿਆ, ਜੋਗ ਨਾ ਖਿੰਤਾ, ਜੋਗ ਨਾ ਡੰਡਾ, ਜੋਗ ਨਾ ਭਸਮ ਚੜ੍ਹਾਈ ਹੈ, ਜੋਗ ਨਾ ਮੁੰਦੀ ਮੂੰਡ ਮੁਡਾਏ, ਜੋਗ ਨਾ ਸਿੰਘੀ ਵਾਹੀ ਹੈ। ਇਹ ਥੋੜ੍ਹ ਚਿਰਾ ਵਿਸਮਾਦ ਹੈ, ਪਰ ਉਹਨਾਂ ਨੂੰ ਤੇ 'ਚੋਂ ਵਿਸਮਾਦ ਆਉਂਦਾ ਸੀ। ਉਹ ਤਾਂ ਉਹਦੇ 'ਚੋਂ ਆਨੰਦ, ਉਹ ਤਾਂ ਕਹਿੰਦੇ ਕਿਆ ਬੱਲੇ 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 ਬੱਲੇ, ਸਿੰਘੀ ਨਾਦ ਵੱਜਦਾ ਕਮਾ। ਕਈ ਬੰਦੇ ਤੁਸੀਂ ਵੇਖਿਆ ਸੰਗੀਤ ਚੁੱਕਣਗੇ, ਬੱਲੇ ਬੱਲੇ, ਸੁਰਤ ਜੁੜ ਜਾਂਦੀ ਹੈ। 10 ਮਿੰਟ ਤੇਰੇ ਕੰਨਾਂ ਨੇ ਸੁਣ ਲਿਆ, ਤੂੰ ਕਿਆ ਸੁਰਤ ਜੁੜ ਗਈ? ਸਮਾਜ ਨੂੰ ਕੀ ਮਿਲਿਆ ਇਹਦੇ 'ਚੋਂ? ਵਿਸਮਾਦ ਤੇ ਉਹ ਹੋਵੇ ਜਿਹੜਾ ਵਿਸਮਾਦ ਦੁਨੀਆ ਉਹ ਆਨੰਦ ਤੇ ਉਹ ਹੈ ਨਾ ਜਿਹੜਾ ਆਨੰਦ ਸੰਸਾਰ ਦੇ ਨਾਲ ਵੰਡਿਆ ਜਾਵੇ। ਉਹ ਤੈਨੂੰ ਆਪਣੇ ਆਪ 'ਚ ਆ ਗਿਆ, ਉਹਦਾ ਕੀ ਫਾਇਦਾ ਹੋਇਆ? ਵਿਸਮਾਦ ਨਾਦ, ਇੱਕ ਬੰਦਾ ਨਾਦ ਸੰਗੀਤ, ਕੰਨਾਂ 'ਚ ਦੋ ਧੁਨਾਂ ਪਈਆਂ, ਭਾਵੇਂ ਸਿੰਘੀ ਨਾਦ ਹੈ, ਭਾਵੇਂ ਕੋਈ ਕਿਸੇ ਗੱਲ ਦਾ ਕੋਈ ਸੰਗੀਤ ਹੈ, ਉਹਨੂੰ ਵੇਖ ਕੇ ਵਿਸਮਾਦ ਕਰ ਰਿਹਾ, ਕਹਿੰਦਾ ਵਿਸਮਾਦ 'ਚ ਆ ਗਿਆ, ਬਸ ਕਮਾਲ ਹੋ ਗਈ। ਵਿਸਮਾਦ ਨਾਦ, ਵਿਸਮਾਦ ਵੇਦ। ਵੇਦ ਦਾ ਅਰਥ ਕੀ ਇੱਥੇ? ਵੇਦ ਦੇ ਦੱਦੇ ਨੂੰ ਕੋਈ ਮਾਤਰਾ ਨਹੀਂ ਲੱਗੀ ਹੋਈ। ਜਿਹੜੇ ਹਿੰਦੂ ਧਰਮ ਗ੍ਰੰਥ ਨੇ, ਇੱਕ ਬੰਦਾ ਉਹਨਾਂ ਧਰਮ ਗ੍ਰੰਥਾਂ ਨੂੰ ਪੜ੍ਹ ਕੇ ਵਿਸਮਾਦ ਜਾ ਰਿਹਾ, ਉਹਦੇ ਵਾਸਤੇ ਉਨਾ ਹੀ ਹੈ, ਉਹ ਤੋਂ ਅੱਗੇ ਜਾਣ ਨੂੰ ਤਿਆਰ ਨਹੀਂ। ਵਿਸਮਾਦ ਨਾਦ, ਵਿਸਮਾਦ ਵੇਦ। ਵੇਦ ਜਿਹੜੇ ਧਾਰਮਿਕ ਗ੍ਰੰਥ ਨੇ ਉਹਨਾਂ ਦੇ, ਹੁਣ ਉਹਨਾਂ ਦੇ ਧਾਰਮਿਕ ਗ੍ਰੰਥ ਹੈ, ਪਰ ਬਾਬਾ ਕਬੀਰ ਜੀ ਦੇ ਕਹਿੰਦੇ ਨੇ ਬੇਦ ਕੀ ਪੁੱਤਰੀ ਸਿਮਰਤੀ ਭਾਈ, ਸੰਕਲ ਜੇਵਰੀ ਲਹਿ ਆਈ। ਵੇਦਾਂ ਵਿੱਚੋਂ ਸਿਮਰਤੀਆਂ ਨਿਕਲੀਆਂ, ਇਹ ਸੰਗਲ ਅਤੇ ਜੰਜੀਰਾਂ ਸਮਾਜ ਵਾਸਤੇ ਲੈ ਕੇ ਆਈਆਂ, ਪਰ ਇੱਕ ਉਹਦੇ 'ਚੋਂ ਵੀ ਸਮਾਜ ਜਾ ਰਿਹਾ। ਉਹਦਾ ਵੀ ਸਮਾਦ ਆਪਣੇ ਹਿਸਾਬ ਦਾ। ਵਿਸਮਾਦ ਨਾਦ, ਵਿਸਮਾਦ ਵੇਦ, ਵਿਸਮਾਦ ਜੀ
ਵਿਸਮਾਦ ਭੇਦ, ਜੀ ਭੇਦ, ਜੀਆਂ ਦੇ ਭੇਦ। ਉਹ ਇੱਕ ਇਹ 'ਚੋਂ ਵਿਸਮਾਦ ਲੈ ਰਿਹਾ। ਜੀਆਂ ਦੇ ਭੇਦ ਵੀ ਹੈਗੇ ਆ ਨਾ, ਕਿੰਨੇ ਕਿਸਮ ਦੇ ਜੀਵ ਨੇ। ਗਾਂ ਵੱਖਰੀ ਕਿਸਮ ਦੀ ਹੈ, ਮੱਝ ਵੱਖਰੀ ਕਿਸਮ ਦੀ ਹੈ, ਭੇਡ ਵੱਖਰੀ ਕਿਸਮ ਦੀ ਹੈ। ਹੁਣ ਭੇਦ ਹੀ ਹੈ ਨਾ। ਆਪਾਂ ਵੇਖ ਕੇ ਹੁਣ ਜਿਹੜੇ ਬੰਦੇ ਨੂੰ ਨੌਲੇਜ ਹੈ, ਹੁਣ ਜਿਸ ਬੰਦੇ ਨੂੰ ਨਹੀਂ ਪਤਾ, ਸੱਚੀ ਗੱਲ ਹੈ, ਐਸੇ ਵੀ ਬੰਦੇ ਮੈਂ ਆਪਣੀ ਜ਼ਿੰਦਗੀ 'ਚ ਵੇਖੇ ਨੇ। ਮੈਂ ਆਪਣੀ ਜ਼ਿੰਦਗੀ 'ਚ ਐਸੇ ਵੀ ਇਨਸਾਨ ਵੇਖੇ ਨੇ ਜਿਨ੍ਹਾਂ ਨੇ ਦੁੱਧ ਪੀਤਾ ਜ਼ਰੂਰ ਹੈ। ਮੈਂ ਕਈ ਬੱਚੇ ਅਸੀਂ ਵੇਖੇ ਨੇ, ਉਹ ਦੁੱਧ ਪੀ ਲੈਂਦੇ ਆ, ਪਰ ਉਹਨਾਂ ਦੇ ਸਾਹਮਣੇ ਤਾਂ ਮੱਝ ਅਤੇ ਗਾਂ ਖਿਲਾਰ ਦਿਓ, ਉਹਨਾਂ ਨੂੰ ਇਹ ਨਹੀਂ ਪਤਾ ਜੋ ਗਾਂ ਕਿਹੜੀ ਅਤੇ ਮੱਝ ਕਿਹੜੀ। ਇਹੋ ਜਿਹੇ ਬੱਚੇ, ਇਹੋ ਜਿਹੇ ਵੀ ਬੰਦੇ ਇਨਸਾਨ ਜ਼ਿੰਦਗੀ 'ਚ ਵੇਖੇ ਆਪਣੀ 'ਚ। ਕਿਉਂਕਿ ਹੁਣ ਉਹਨਾਂ ਦਾ ਕਸੂਰ ਨਹੀਂ ਹੈ, ਉਹਨਾਂ ਦਾ ਗਿਆਨ ਸੀਮਤ ਦਾਇਰੇ ਤੱਕ ਹੈ, ਉੱਥੇ ਖਲੋਤੇ ਹੋਏ। ਪਰ ਇੱਕ ਬੰਦਾ ਸਟੱਡੀ ਕਰਦਾ, ਉਹਦਾ ਗਾਵਾਂ ਮੱਝਾਂ ਦਾ ਕੰਮ ਨਹੀਂ ਹੈਗਾ, ਪਰ ਉਹਨੂੰ ਭੇਡ ਬਾਰੇ ਪਤਾ ਹੈ, ਗਾਂ ਬਾਰੇ ਪਤਾ ਹੈ, ਹਿਰਨ ਬਾਰੇ ਪਤਾ ਹੈ, ਉਹਨੂੰ ਜੀਆਂ ਦੀ ਭਿੰਨਤਾ ਬਾਰੇ ਪਤਾ ਵੀ ਕਿਹੜਾ ਕਿਹੜਾ ਜੀਵ ਕਿੱਦੇ ਕਿਸਮ ਦਾ ਹੈ, ਖਰਗੋਸ਼ ਬਾਰੇ ਪਤਾ ਹੈ, ਜੀਵਾਂ ਬਾਰੇ ਪਤਾ। ਜਿੰਨੇ ਹੁਣ ਇੱਥੇ ਲਿਖਿਆ ਵਿਸਮਾਦ ਜੀ, ਵਿਸਮਾਦ ਭੇਦ, ਜੀਵਾਂ ਦੇ ਭੇਦ, ਜੀਵਾਂ ਦੀ ਭਿੰਨਤਾ। ਹੁਣ ਕੋਈ ਇਹਦੇ ਵਿੱਚੋਂ ਵਿਸਮਾਦ ਲੈ ਰਿਹਾ, ਆਹਾ ਬੱਲੇ ਬੱਲੇ, ਹੈਰਾਨ ਹੋ ਜਾਈਦਾ ਵੇਖ ਕੇ। ਕੋਈ ਇਸੇ ਤੇ ਹੁਣ ਕੀ ਇਹ ਜ਼ਿੰਦਗੀ ਦੀ ਇਹ ਅਖੀਰਲਾ ਸੱਚ ਹੈ ਵੀ ਮੱਝ ਦਾ ਰੰਗ ਕਾਲਾ, ਪੱਠੇ ਖਾਂਦੀ, ਦੁੱਧ ਚਿੱਟਾ ਦਿੰਦੀ। ਇਹਦੇ ਨਾਲ ਮੰਨ ਲਓ ਇਹ ਗੱਲ ਆਪਾਂ ਕਰ ਵੀ ਲਈ, ਹੈਰਾਨੀਜਨਕ ਕੰਮ ਹੈ। ਕੀ ਐਂਡ ਹੈ ਜ਼ਿੰਦਗੀ ਦਾ? ਇੱਕ ਤਾਂ ਵਿਸਮਾਦ ਇੱਥੇ ਖਲੋਤਾ ਹੋਇਆ। ਹੁਣ ਜੇ ਆਪਾਂ ਇੱਕ ਇੱਦਾਂ ਅੰਦਾਜ਼ਾ ਲਾ ਕੇ ਵੇਖੀਏ ਵੀ ਤੁਸੀਂ ਜੀਵ ਜੰਤੂ ਛੱਡ ਦਿਓ, ਇਕੱਲੇ ਇਨਸਾਨਾਂ ਦੀ ਗੱਲ ਕਰ ਲਈਏ, ਇਨਸਾਨ ਵਰਗਾ ਇਨਸਾਨ ਨਹੀਂ ਬਣਾਇਆ ਉਸ ਮਾਲਕ ਨੇ। ਸ਼ਕਲਾਂ ਰਲ ਜਾਣਗੀਆਂ, ਕਿਤੇ ਸੁਭਾਅ 'ਚ ਪ੍ਰੋਬਲਮ ਆ ਜਾਏ। ਕਈ ਬੰਦੇ ਵੇਖਣਾ ਸੇਮ ਟੂ ਸੇਮ ਸ਼ਕਲ, ਸੇਮ ਇਹ ਬੰਦਾ ਇੱਕੋ ਜਿਹਾ ਲੱਗੂ ਦੋਵਾਂ 'ਚ। ਕਈ ਹਮ ਸ਼ਕਲ ਹੁੰਦੇ, ਬਿਲਕੁਲ ਹਮ ਸ਼ਕਲ, ਪਰ ਸੁਭਾਅ 'ਚ ਫਰਕ ਹੁੰਦਾ। ਮਾਂ ਨੂੰ ਪਤਾ ਹੁੰਦਾ ਵੀ ਨਹੀਂ, ਇੱਕ ਗਰਮ ਸੁਭਾਅ ਦਾ, ਇੱਕ ਠੰਡੇ ਸੁਭਾਅ ਦਾ। ਸਾਰਾ ਕੁਝ ਮੈਂ ਕਹਿੰਦਾ ਸਭ ਕੁਝ ਹੀ ਰਲ ਜੇ, ਸੁਭਾਅ ਵੀ ਰਲ ਜੇ, ਸ਼ਕਲਾਂ ਵੀ ਰਲ ਜਾਣ। ਪਰ ਆ ਇੱਕ ਅੰਗੂਠਾ ਹੈ ਨਾ, ਇੰਨੇ ਇੱਕ ਅੰਗੂਠੇ 'ਚ ਕਿੰਨਾ ਫਰਕ ਪਾਇਆ। ਫਿੰਗਰਪ੍ਰਿੰਟ ਜਦੋਂ ਲੈਂਦੇ ਆ, ਉਹਦਾ ਮਤਲਬ ਕੀ ਹੈ ਭਲਾ? ਆਂਦੇ ਬਾਕੀ ਸਭ ਕੁਝ ਠੀਕ ਹੋ ਸਕਦਾ, ਪਰ ਉਹ ਫਿੰਗਰਪ੍ਰਿੰਟ ਕਿਉਂ ਲੈਂਦੇ ਭਲਾ? ਆਹ ਇੰਨੀਆਂ ਕੁ ਥਾਵਾਂ 'ਤੇ ਕਿੰਨਾ ਫਰਕ ਪਾਤਾ ਹੋਊਗਾ ਉਸ ਮਾਲਕ ਨੇ। ਇੰਨੇ ਅੰਗੂਠੇ 'ਚ, ਇੰਨੀਆਂ ਉਂਗਲਾਂ 'ਚ ਕਿੰਨਾ ਫਰਕ ਪਾਤਾ ਹੋਊਗਾ। ਜੀ ਭੇਦ ਹੀ ਹੈ ਨਾ, ਵਿਸਮਾਦ ਜੀ, ਵਿਸਮਾਦ ਭੇਦ, ਜੀਆਂ ਦੇ ਭੇਦ, ਭਿੰਨਤਾ, ਵੱਖਰੇ ਵੱਖਰੇ ਜੀਵ, ਵੱਖਰੇ ਵੱਖਰੇ ਆ। ਬੰਦੇ ਵਰਗਾ ਬੰਦਾ ਨਹੀਂ। ਤੁਸੀਂ ਵੇਖ ਲਓ, ਸੈਂਕੜੇ ਲੋਕ ਏਅਰਪੋਰਟਾਂ 'ਤੇ ਆਉਂਦੇ ਆ, ਇੱਦਾਂ ਕਈਆਂ ਏਅਰਪੋਰਟਾਂ 'ਤੇ ਤੁਸੀਂ ਵੇਖਿਆ ਨਾ ਫਿੰਗਰਪ੍ਰਿੰਟ ਉਹ ਇੱਦਾਂ ਲਾਉਂਦੇ ਆ। ਕਿਉਂਕਿ ਜਦੋਂ ਉਹਨਾਂ ਕੰਟਰੀ ਦਾ ਵੀਜ਼ਾ ਲੈਣਾ, ਉਸ ਵਕਤ ਹੀ ਫਿੰਗਰਪ੍ਰਿੰਟ। ਜਦੋਂ ਤੁਸੀਂ ਉੱਥੇ ਏਅਰਪੋਰਟ 'ਤੇ ਉਤਰਨਾ, ਉਦੋਂ ਵੀ ਅੰਦਰ ਉੱਥੇ ਆਫਿਸਰ ਬੈਠਾ ਜਿਹੜਾ, ਉਹ ਕਹਿੰਦਾ ਬਾਕੀ ਸਭ ਕੁਝ ਝੂਠ ਹੋ ਸਕਦਾ, ਪਰ ਆਹ ਚੀਜ਼ ਨੇ ਝੂਠ ਥੋੜ੍ਹਾ ਬੋਲਣਾ, ਉਹਨੇ ਦੱਸ ਦੇਣਾ ਵੀ ਇਹ ਬੰਦਾ ਉਹ ਨਹੀਂ ਹੈਗਾ। ਜਦੋਂ ਪਹਿਲਿਆਂ ਸਮੇਂ ਜਦੋਂ ਇਹ ਚੀਜ਼ਾਂ ਨਹੀਂ ਸੀ ਹੈਗੀਆਂ, ਬੜੇ ਲੋਕ ਗਏ, ਪਾਸਪੋਰਟ ਕਿਸੇ ਹੋਰ 'ਤੇ ਵੀ ਜਾਂਦੇ ਰਹੇ। ਇਹ ਵੀ ਕੰਮ ਵੀ ਟਰੈਵਲ ਏਜੰਟ ਕਰਦੇ ਰਹੇ, ਪੈਸੇ ਲੈ ਕੇ, ਹੁੰਦਾ ਰਿਹਾ ਕੰਮ। ਪਰ ਹੁਣ ਨਹੀਂ। ਵੱਖਰੀ ਗੱਲ, ਕੋਈ ਅਫਸਰ ਰਲਿਆ ਹੋਵੇ ਤਾਂ ਅੰਦਰੋਂ ਬਾਅਦ ਦੀਆਂ ਗੱਲਾਂ ਨੇ, ਪਰ ਜੇ ਸੱਚਾਈ ਦੇ ਆਧਾਰਿਤ ਹੈ ਤਾਂ ਇਹ ਝੂਠ ਨਹੀਂ ਬੋਲਿਆ ਜਾਣਾ, ਕਿਉਂਕਿ ਇਹ ਜੀਵਾਂ ਦੀ ਭਿੰਨਤਾ ਹੈ। ਆਪਾਂ ਬਾਕੀ ਜੀਵ ਜੰਤੂਆਂ ਦੀ ਗੱਲ ਛੱਡ ਦਈਏ। ਹੁਣ ਕੋਈ ਇਹਨੂੰ ਵੇਖ ਕੇ ਹੈਰਾਨ ਹੋ ਜਾਵੇ ਕਿ ਇਹੋ ਅੰਤਲਾ ਸੱਚ ਹੈ। ਮੰਨ ਲਓ ਜੇ ਤੈਨੂੰ ਇਸ ਚੀਜ਼ ਦਾ ਪਤਾ ਲੱਗ ਵੀ ਗਿਆ, ਪਤਾ ਲੱਗਣਾ ਕਿ ਹਰ ਇੱਕ ਨੂੰ ਪਤਾ ਹੀ ਇਸ ਗੱਲ ਦਾ ਵੀ ਆ ਪੁਰਾਣੇ ਸਮੇਂ ਜਿਹੜੇ ਲੋਕ ਸਿਗਨੇਚਰ ਨਹੀਂ ਸੀ ਕਰਦੇ, ਅੰਗੂਠਾ ਲਵਾਉਂਦੇ ਸੀ। ਹੁਣ ਸਿਗਨੇਚਰ ਆਪਾਂ ਕਹਾਂਗੇ ਅੰਗੂਠੇ ਵਰਗੇ ਅੰਗੂਠੇ, ਪਰ ਨਾ, ਉਹ ਵੀ ਵੱਖਰੇ ਵੱਖਰੇ ਹੁੰਦੇ। ਜੋ ਚੈੱਕ ਕੀਤੇ ਜਾਣ ਤਾਂ ਉਹ ਵੀ ਵੱਖਰੇ ਵੱਖਰੇ ਹੁੰਦੇ। ਉਹ ਗੱਲ ਨੂੰ ਫਿਰ ਸਮਝਿਓ, ਇੱਥੇ ਸ਼ਬਦ ਵਰਤਿਆ ਵਿਸਮਾ। ਹੁਣ ਇਹ ਸਲੋਕ ਦਾ ਜਦੋਂ ਅਸੀਂ ਭਾਵ ਅਰਥ ਧਿਆਨ ਨਾਲ ਸਮਝਾਂਗੇ, ਗੱਲ ਕਲੀਅਰ ਹੋ ਜਾਏਗੀ। ਜਿਹੜੀ ਅਖੀਰਲੀ ਤੁਕ ਹੈ, ਵੇਖ ਵਿਡਾਣ ਰਹਿਆ ਵਿਸਮਾਦ, ਜਦੋਂ ਹੈਰਾਨੀਜਨਕ ਉਹਦੇ ਕੌਤਕ ਵੇਖੇ, ਉਹ ਵਿਸਮਾਦ ਥੋੜ੍ਹ ਚਿਰਾ ਜ਼ਿੰਦਗੀ 'ਚੋਂ ਮੁੱਕ ਗਿਆ, ਨਾਨਕ ਬੁੱਝਣ ਪੂਰੇ ਪਾ। ਵਿਸਮਾਦ ਜੀ, ਵਿਸਮਾਦ ਭੇਦ, ਜੀਆਂ ਦੇ ਭੇਦ। ਪਾਤਸ਼ਾਹ ਕੀ ਕਹਿੰਦੇ ਨੇ? ਵਿਸਮਾਦ ਰੂਪ, ਵਿਸਮਾਦ ਰੰਗ। ਰੂਪ ਰੰਗ, ਕਈ ਰੂਪ ਰੰਗ ਵੇਖ ਕੇ ਵਿਸਮਾਦ 'ਚ ਆ ਜਾਂਦੇ। ਹੁਣ ਜਿਸ ਕੰਟਰੀ ਦਾ ਰੰਗ ਸਾਰਿਆਂ ਦਾ ਕਾਲਾ ਹੈ, ਜਦੋਂ ਦੂਜੀ ਕੰਟਰੀ ਜਾਂਦੇ ਆ, ਹੈਰਾਨ ਨਹੀਂ ਹੁੰਦੇ ਉਹ? ਬੱਲੇ ਬੱਲੇ, ਇੰਨੇ ਚਿੱਟੇ ਲੋਕ ਵੀ ਹੈਗੇ ਆ। ਜਿਨ੍ਹਾਂ ਲੋਕਾਂ ਦੀ ਚਮੜੀ ਬਿਲਕੁਲ ਚਿੱਟੀ ਹੈ, ਸਫੇਦ ਹੈ, ਜਦੋਂ ਉਸ ਕੰਟਰੀ ਜਾਂਦੇ ਜਿੱਥੇ ਲੋਕ ਬਿਲਕੁਲ ਬਲੈਕ ਆ, ਉਹ ਵੇਖ ਕੇ ਹੈਰਾਨ ਹੋ ਜਾਂਦੇ। ਆ ਕੀਨੀਆ ਦੇਸ਼ ਜਦੋਂ ਮੈਂ ਗਿਆ, ਕਈ ਲੋਕ ਤੁਹਾਡੇ ਵਿੱਚੋਂ ਕਈ ਵੀਰ ਗਏ ਹੋਣੇ ਨੇ ਉੱਥੇ, ਉਹਨਾਂ ਵਾਸਤੇ ਉਹਨਾਂ ਨੂੰ ਕੋਈ ਫਰਕ ਨਹੀਂ ਹੈ, ਪਰ ਦੂਜਾ ਬੰਦਾ ਜਾ ਕੇ ਹੈਰਾਨ ਹੋ ਜਾਂਦਾ ਹੈ। ਕੋਈ ਬੰਦੇ ਇਹਨੂੰ ਵੇਖ ਕੇ ਵਿਸਮਾਦ, ਵਾਹ ਜੀ ਵਾਹ, ਉਹਦੇ ਰੰਗ ਆ ਕੋਈ। ਹੁਣ ਇਹ ਵਿਸਮਾਦ ਵਕਤੀ ਥੋੜ੍ਹੀ ਚੀਰ ਵੇਖ ਕੇ ਦੂਜੀ ਕੰਟਰੀ 'ਚ ਗਿਆ ਤਾਂ ਹੋਰ ਗੱਲ ਆ ਗਈ।
ਦੂਜੀ ਕੰਟਰੀ 'ਚ ਗਿਆ, ਦੂਜੇ ਤਰ੍ਹਾਂ ਦਾ ਬੰਦਾ ਵੇਖਿਆ ਤੇ ਹੋਰ ਗੱਲ ਆ ਗਈ। ਪਾਤਸ਼ਾਹ ਕਹਿੰਦੇ ਨੇ ਇਹ ਵਿਸਮਾਦ ਜਿਹੜੇ ਨੇ ਵਕਤੀ ਨੇ। ਵਿਸਮਾਦ ਰੂਪ, ਵਿਸਮਾਦ ਰੰਗ। ਰੂਪ ਰੰਗ ਇਕੱਲੇ ਬੰਦਿਆਂ 'ਤੇ ਨੇ, ਫੁੱਲਾਂ 'ਤੇ ਲਿਖ ਲਓ। ਫੁੱਲ ਪੀਲੇ ਵੀ ਲੱਗਦੇ ਆ, ਫੁੱਲ ਗੁਲਾਬੀ ਵੀ ਲੱਗਦੇ ਆ, ਫੁੱਲ ਪਿੰਕ ਵੀ ਲੱਗਦੇ ਆ। ਪੌਦਾ ਹਰਿਆ ਹੀ ਆ, ਜਿਹੜਾ ਫੁੱਲ ਦਾ ਪੌਦਾ ਵਾ ਉਹ ਹਰਿਆ ਹੀ ਆ। ਪਾਣੀ ਇੱਕੋ ਜਿਹਾ ਪੈਂਦਾ ਉਹਨੂੰ, ਇੱਕੋ ਜਿਹੀ ਧਰਤੀ ਆ, ਪਰ ਫੁੱਲ ਪੱਤੇ ਉਹਨੂੰ ਵੱਖਰੇ ਵੱਖਰੇ ਲੱਗਦੇ ਆ। ਪਾਤਸ਼ਾਹ ਕਹਿੰਦੇ ਨੇ ਵਿਸਮਾਦ ਰੂਪ, ਵਿਸਮਾਦ ਰੰਗ, ਵਿਸਮਾਦ ਨਾਂਗੇ ਫਿਰੇ ਜੰਤ। ਤੇ ਕਈ ਆ ਨਾਂਗੇ ਜੰਤੂਆਂ ਨੂੰ ਵੇਖ ਕੇ, ਜਨਤਾ ਨੂੰ ਵੇਖ ਕੇ ਵਿਸਮਾਦ 'ਚ ਆ ਜਾਂਦੇ। ਬੱਲੇ 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 ਬੱਲੇ, ਵੀ ਜੀਵ ਜੰਤੂ ਨੰਗੇ ਤੁਰੇ ਫਿਰਦੇ ਆ, ਬੰਦੇ ਵੀ। ਤੇ ਕਈ ਤੁਸੀਂ ਵੇਖਿਆ ਨਾਂਗੇ ਸਾਧੂ, ਇਹਨਾਂ ਨੂੰ ਵੇਖ ਕੇ ਕੀ ਵਿਸਮਾਦ, ਵੱਡੇ ਵੱਡੇ ਅਫਸਰ ਨਾਂਗੇ ਸਾਧੂ ਅੱਗੇ ਨਹੀਂ ਮੱਥਾ ਟੇਕਦੇ। ਅੱਛਾ, ਕਮਾਲ ਦੀ ਗੱਲ ਹੈ, ਚੰਗਾ ਭਲਾ ਬੰਦਾ ਕੋਈ ਨੰਗਾ ਤੁਰਿਆ ਫਿਰੇ ਤੇ ਪਰਚਾ ਕੱਟਣ ਤੱਕ ਜਾਣਗੇ। ਤੂੰ ਭਾਈ ਪਰਿਵਾਰਾਂ ਵਿੱਚ ਨੰਗਾ ਤੁਰਿਆ ਫਿਰਦਾ, ਤੇ ਦਿਗੰਬਰ ਉੱਦਾਂ ਨੰਗੇ ਤੁਰੇ ਫਿਰਦੇ ਆ, ਬਾਜ਼ਾਰਾਂ 'ਚ ਤੁਰੇ ਫਿਰਦੇ ਆ। ਧੀਆਂ ਭੈਣਾਂ ਵਾਲੇ ਲੋਕ ਉਹਨਾਂ ਦੇ ਗਾੜੀ ਮੱਥੇ ਟੇਕਦੇ ਫਿਰਦੇ, ਵੱਡੇ ਵੱਡੇ ਅਫਸਰ ਮੰਤਰੀ ਉਹਨਾਂ ਦੀਆਂ ਪ੍ਰਕਰਮਾਂ ਕਰਦੇ ਫਿਰਦੇ। ਤੁਸੀਂ ਇੰਟਰਨੈਟ 'ਤੇ ਭਰ ਕੇ ਵੇਖ ਲਓ, ਕਈ ਇਹ 'ਚੋਂ ਵਿਸਮਾਦ। ਬੱਲੇ ਬੱਲੇ, ਐਡੀ ਅਵਸਥਾ ਉੱਚੀ, ਬਾਬਾ ਜੀ ਕੱਪੜੇ ਨਹੀਂ ਪਾਉਂਦੇ। ਹੁਣ ਉਹਨਾਂ ਦਾ ਵਿਸਮਾਦ ਇੱਥੇ ਆਣ ਕੇ ਟਿਕਿਆ ਹੋਇਆ। ਵਿਸਮਾਦ ਨਾਂਗੇ ਫਿਰੇ ਜੰਤ। ਤੇ ਜੇ ਆਪਾਂ ਇਹ ਸੋਚ ਕੇ ਵੇਖੀਏ ਤਾਂ ਕੀ ਗੁਰੂ ਸਾਹਿਬ ਜੀ ਨੇ ਕਿੰਨੇ ਪਿਆਰੇ ਇੱਥੇ ਹੁਣ ਹਰ ਇੱਕ ਉਹ ਪੱਖ ਸਾਡੇ ਸਾਹਮਣੇ ਪੇਸ਼ ਕਰ ਦਿੱਤਾ ਜਿਹੜੇ ਲੋਕ ਸਿਰਫ ਇਹਨਾਂ ਥੋੜ੍ਹ ਚਿਰੀਆਂ ਕੰਮਾਂ ਵਿੱਚੋਂ ਆਪਣੇ ਆਪ ਨੂੰ ਵਿਸਮਾਦ ਵਿੱਚ ਲਿਆਉਣ ਦਾ ਦਾਅਵਾ ਪੈ ਕਰਦੇ ਸਨ। ਵਿਸਮਾਦ ਨਾਂਗੇ ਫਿਰੇ ਜੰਤ, ਵਿਸਮਾਦ ਪਾਉਣ, ਵਿਸਮਾਦ ਪਾਣੀ। ਹਵਾ ਨੂੰ ਵੇਖ ਕੇ, ਪਾਣੀ ਨੂੰ ਵੇਖ ਕੇ, ਭਾਵੇਂ ਇਹ ਉਹਦੇ ਕੁਦਰਤੀ ਸ਼ਕਤੀਆਂ ਨੇ ਉਸ ਮਾਲਕ ਦੀਆਂ, ਭਾਵੇਂ ਆਪਾਂ ਬਾਣੀ 'ਚੋਂ ਪੜ੍ਹ ਚੁੱਕੇ ਹਾਂ, ਪਰ ਕਈ ਹਵਾ, ਅੱਗ, ਪਾਣੀ ਨੂੰ ਵੇਖ ਕੇ ਵਿਸਮਾਦ ਵਿੱਚ ਆਉਣ ਦਾ ਦਾਅਵਾ ਕਰਦੇ ਵੀ ਵਾਹ ਕਮਾਲ ਦੀ ਗੱਲ, ਕਿੰਨੀ ਠੰਡੀ ਹਵਾ ਵਗਦੀ, ਇਹ ਉਹਦੇ ਰੰਗ ਨੇ, ਇੰਨੀ ਨੂੰ ਵੇਖ ਕੇ ਖਤਮ। ਇਹਦੇ ਨਾਲ ਤੇਰੀ ਜ਼ਿੰਦਗੀ 'ਚ ਕੀ ਫਰਕ ਪਿਆ? ਉਹ ਤਾਂ ਵਗ ਹੀ ਰਹੀ ਹੈ, ਹਵਾ ਤਾਂ ਵਗ ਹੀ ਰਹੀ ਹੈ। ਪਾਣੀ 'ਤੇ ਪਿਆਸ ਬੁਝਾ ਹੀ ਰਿਹਾ, ਪਾਣੀ ਦਾ ਕੰਮ ਪਿਆਸ ਬੁਝਾਉਣਾ, ਬੁਝਾਈ ਜਾਂਦਾ। ਹਵਾ ਤੈਨੂੰ ਠੰਡਕ ਦੇਈ ਜਾਂਦੀ ਹੈ। ਹਵਾ ਦਾ ਕੰਮ ਆਕਸੀਜਨ ਤੈਨੂੰ ਜਿਉਂਦਾ ਰੱਖਣਾ, ਰੱਖ ਰਹੀ ਹੈ। ਸਵਾਲ ਇਹ ਪੈਦਾ ਹੁੰਦਾ, ਤੂੰ ਕੀ ਕੀਤਾ ਹੈ? ਮਾਨਨ ਦੇ ਜਨਮ ਗਵਾਇਆ, ਤੂੰ ਤੇ ਅੰਨਿਆ ਮਨਾ ਹੋਰ ਹੀ ਕਿਸੇ ਬੰਨੇ ਤੁਰਿਆ ਫਿਰਦਾ। ਇਹ ਸ਼ਬਦ ਕਿਸੇ ਮੱਝ, ਗਾਂ, ਭੇਡ ਬੱਕਰੀ ਲਈ ਥੋੜ੍ਹਾ, ਇਹ ਇਨਸਾਨ ਤੇਰੇ ਲਈ ਹੈ। ਮਾਨਨ ਦਾ ਜਨਮ ਗਵਾਇਆ, ਪੌੜੀ ਚੇਤਾ ਰੱਖਿਓ। ਪੌੜੀ ਨੂੰ ਨਾਲ ਰੱਖੋਗੇ ਫੇਰ ਨਾ ਸਲੋਕਾਂ ਦੀ ਸਮਝ ਪਵੇਗੀ। ਪਾਤਸ਼ਾਹ ਕਹਿੰਦੇ ਨੇ ਵਿਸਮਾਦ ਪਾਉਣ, ਵਿਸਮਾਦ ਪਾਣੀ। ਹਵਾ ਵਗ ਰਹੀ ਹੈ, ਪਰ ਕਈ ਅੱਜ ਤਾਂ ਪੱਖਿਆਂ ਦੀ ਲੋੜ ਹੀ ਨਹੀਂ ਪਈ, ਰੱਬ ਨੇ ਪੱਖਾ ਚਲਾਤਾ ਹੈ। ਸਵਾਲ ਪੈਦਾ ਹੁੰਦਾ, ਰੱਬ ਨੇ ਤੇ ਠੰਡ ਵਰਤਾਤੀ, ਤੂੰ ਤੇ ਅੰਦਰ ਕਲਪਿਆ ਪਿਆ ਹੈ। ਮਨਨ ਦੇ ਜਨਮ ਗਵਾਇਆ, ਹੋਏ ਪਸਮੜ ਭੌਰ ਸਦਾਇਆ, ਥਾਉ ਨਾ ਪਾਏ ਨੂੰ ਕੂੜਿਆ। ਉਹ ਜਿਹੜੀ ਸ਼ਬਦ ਵਰਤੇ ਨੇ ਉਹ ਕਿਹਦੇ ਵਾਸਤੇ ਹੈ? ਤੇਰੇ ਵਾਸਤੇ ਬੰਦੇ ਆ। ਬਸ ਉਹ ਪੌੜੀ ਨਾਲ ਚਿੱਤ ਰੱਖ, ਗੱਲ ਸਮਝ ਪੈ ਜਾਏਗੀ। ਵਿਸਮਾਦ ਪਾਉਣ, ਵਿਸਮਾਦ ਪਾਣੀ। ਕੋਈ ਹਵਾ ਨੂੰ ਵੇਖ ਕੇ ਵੇਖਿਆ, ਜਦੋਂ ਅੱਤ ਦੀ ਗਰਮੀ ਹੋਵੇ ਤੇ ਹਵਾ ਚੱਲ ਪਿਆ, ਪਰ ਕਿਨੇ ਰੱਬ ਨੇ ਪੱਖਾ ਚਲਾਤਾ ਸੋਹਣਾ ਜਿਹਾ, ਉਹਨੇ ਤਾਂ ਚਲਾ ਹੀ ਦਿੱਤਾ। ਉਹਦੇ ਤੋਂ ਕੁਦਰਤ ਦੇ ਬਣੇ ਹੋਏ ਨਿਯਮਾਂ ਸਭ ਕੁਝ ਹੋ ਹੀ ਜਾਣਾ, ਉਹ ਤਾਂ ਸਭ ਕੁਝ ਹੋ ਜਾਏਗਾ। ਹਵਾ ਦਾ ਕੰਮ ਹੈ, ਪਾਣੀ ਨੇ ਆਪਣਾ ਕੰਮ ਕਰ ਹੀ ਦੇਣਾ ਹੈ। ਪਰ ਤੂੰ ਜੇ ਇਹਨੂੰ ਵੇਖ ਕੇ ਵਿਸਮਾਦ ਚਲ ਜਾਵੇ, ਇਹ ਵਿਸਮਾਦ ਵੀ ਵਕਤੀ ਹੈ, ਤੇਰਾ ਵਕਤੀ ਹੈ। ਭਲਾ ਕਿੱਦਾਂ? ਅੱਜ ਤੂੰ ਹਵਾ ਵੇਖ ਕੇ ਤਾਰੀਫਾਂ ਕਰਦਾ, ਕੱਲ੍ਹ ਨੂੰ ਕਿਤੇ ਹਵਾ ਨਾ ਵਗੀ ਤੇ ਤੇਰਾ ਮਨ ਦੁਖੀ ਹੋ ਜਾਣਾ। ਪਤਾ ਨਹੀਂ ਰੱਬ ਨੇ ਕੀ ਕਰਤਾ, ਅੱਜ ਨੁਕਸਾਨ ਕਰਤਾ। ਵਕਤੀ ਹੈ ਨਾ, ਇਹ ਵੀ ਵਕਤੀ ਵਿਸਮਾਦ ਹੀ ਹੈ। ਹੁਣ ਉਹ ਕਿਸਾਨ ਨੂੰ ਪੁੱਛ ਕੇ ਵੇਖੋ, ਜਿਹਨੇ ਮੱਕੀ ਬੀਜੀ ਹੋਵੇ ਤੇ ਪਾਣੀ ਲਾਇਆ ਹੋਵੇ ਤੇ ਹਵਾ ਵਗ ਪਏ ਤੇ ਲੰਮੀ ਪੈ ਜੇ ਮੱਕੀ, ਉਹਨੂੰ ਹਵਾ ਚੰਗੀ ਲੱਗਦੀ ਭਲਾ? ਇੱਕ ਨੂੰ ਹਵਾ ਦਾ ਵਿਸਮਾਦ ਚੰਗਾ ਲੱਗਦਾ, ਇੱਕ ਨੂੰ ਚੰਗਾ ਨਹੀਂ ਲੱਗਦਾ। ਪਾਣੀ ਫਸਲ ਨੂੰ ਚਾਹੀਦਾ ਵੀ ਹੈ, ਤੇ ਹੱਦੋਂ ਵੱਧ ਪਾਣੀ ਆਏ ਤੇ ਫਸਲ ਦਾ ਨੁਕਸਾਨ ਵੀ ਹੈ। ਵਿਸਮਾਦ ਪਾਉਣ, ਵਿਸਮਾਦ ਪਾਣੀ। ਵਿਸਮਾਦ ਅਗਨੀ ਖੇਡਾਂ ਵਿਡਾਣੀ, ਅਗਨੀ ਖੇਡਾਂ ਵਿਡਾਣੀ। ਅੱਗ ਵੀ ਇੱਕ ਕਿਸਮ ਦੀ ਨਹੀਂ ਹੈ, ਅੱਗ ਵੀ ਕਈ ਕਿਸਮ ਦੀ ਖੇਡਾਂ ਖੇਡਦੀ ਹੈ। ਪੇਟ ਦੀ ਅੱਗ, ਜਿਹੜੀ ਖਾਣਾ, ਜਿਹਨੂੰ ਜਠਰ ਅਗਨੀ ਕਹਿੰਦੇ ਆ। ਜੰਗਲ ਦੀ ਅੱਗ, ਸਮੁੰਦਰ ਦੀ ਅੱਗ, ਤ੍ਰਿਸ਼ਨਾ ਦੀ ਅੱਗ, ਜਿਹਨੇ ਪਤਾ ਨਹੀਂ ਕਿੰਨਾ ਕੁਝ ਸਾੜ ਕੇ ਕੋਲਾ ਕਰ ਦਿੱਤਾ ਹੈ। ਜਦੋਂ ਆਪਾਂ ਸਤਿਗੁਰ ਦੀ ਬਾਣੀ ਵਿੱਚੋਂ ਪੜ੍ਹਦੇ ਹਾਂ, ਸਮੁੰਦਰ ਦੀ ਅਗਨੀ ਹੈ, ਜੰਗਲ ਦੀ ਅਗਨੀ ਹੈ, ਪੇਟ ਦੀ ਅੱਗ ਹੈ। ਪੇਟ ਦੇ ਵਿੱਚ ਵੀ ਤੇ ਅੱਗ ਹੈ, ਜਿਹੜਾ ਖਾਣਾ ਪਚਦਾ ਹੈ। ਕੋਈ ਇਸੇ ਚੀਜ਼ ਨੂੰ ਵੇਖ ਕੇ ਹੈਰਾਨ ਹੋਈ ਜਾਵੇ, ਵਿਸਮਾਦ ਚਲਾ ਗਿਆ। ਪਾਤਸ਼ਾਹ ਕਹਿੰਦੇ ਨੇ ਇਹ ਵਿਸਮਾਦ ਤੇਰਾ ਵਕਤੀ ਹੈ, ਥੋੜ੍ਹ ਚਿਰ ਹੈ। ਵਿਸਮਾਦ ਅਗਨੀ ਖੇਡਾਂ ਵਿਡਾਣੀ। ਵਿਸਮਾਦ ਧਰਤੀ, ਵਿਸਮਾਦ ਖਾਣੀ। ਧਰਤੀ ਤੇ ਧਰਤੀ ਉੱਤੇ ਪੈਦਾ ਹੋਣ ਵਾਲੇ ਜੀਵਾਂ ਦੇ ਵੱਖਰੇ ਵੱਖਰੇ ਤਰੀਕੇ, 4 ਖਾਣੀਆਂ ਮੰਨੀਆਂ ਗਈਆਂ।
ਹੁਣ ਮੰਨ ਲਓ ਜੇ ਤੈਨੂੰ ਪਤਾ ਲੱਗ ਗਿਆ ਕਿ ਬੱਚਾ ਕੋਈ ਸੰਸਾਰ ਤੇ ਕੋਈ ਬੱਚਾ ਕੋਈ ਜੀਵ ਦੁਨੀਆ ਤੇ ਪੈਦਾ ਹੋ ਰਿਹਾ, ਕੋਈ ਜੇਰ ਰਾਹੀਂ ਪੈਦਾ ਹੋ ਰਿਹਾ, ਕੋਈ ਅੰਡੇ ਚੋਂ ਨਿਕਲ ਰਿਹਾ, ਕੋਈ ਪਸੀਨੇ ਚੋਂ ਨਿਕਲ ਰਿਹਾ, ਕੋਈ ਧਰਤੀ ਚੋਂ ਉੱਗ ਰਿਹਾ, ਮੰਨ ਲਓ ਪਤਾ ਵੀ ਲੱਗ ਗਿਆ, ਇਹਦੇ ਨਾਲ ਤੇਰੀ ਜ਼ਿੰਦਗੀ ਦੀ ਪ੍ਰਾਪਤੀ ਕੀ ਹੈ? ਤੇਰਾ ਤੇ ਮਨ ਅੰਧੇ ਜਨਮ ਗਵਾਇਆ, ਤੇਰਾ ਤੇ ਮਨ ਪੁੱਠਿਆਂ ਕੰਮਾਂ 'ਚ ਪਿਆ ਹੋਇਆ। ਵਿਸਮਾਦ ਧਰਤੀ, ਵਿਸਮਾਦ ਖਾਣੀ ਜਿਸ ਤਰੀਕੇ ਨਾਲ ਸੰਸਾਰ ਤੇ ਜੀਵ ਜੰਤੂ ਪੈਦਾ ਹੁੰਦੇ ਨੇ। ਵਿਸਮਾਦ ਸਾਧ ਲੱਗੇ ਪ੍ਰਾਣੀ, ਜੀਵ ਸਵਾਦਾਂ ਵਿੱਚ ਪਏ ਹੋਏ ਨੇ, ਚਸਕਿਆਂ ਵਿੱਚ ਪਏ ਹੋਏ ਨੇ। ਕੋਈ ਇਹਨੂੰ ਵੇਖ ਕੇ ਹੈਰਾਨ ਹੋਈ ਜਾਂਦੇ ਨੇ, ਤਰ੍ਹਾਂ ਤਰ੍ਹਾਂ ਦੇ ਲੋਕਾਂ ਦੇ ਚਸਕਿਆਂ 'ਚ ਪਏ। ਮੈਂ ਤਾਂ ਹੈਰਾਨ ਹੀ ਹੋ ਗਿਆ, ਫਲਾਣੇ ਨੂੰ ਇੰਨੇ ਚਸਕੇ। ਤੁਸੀਂ ਵੇਖੋ ਕਈ ਬੰਦੇ ਇਹਨਾਂ ਤੇ ਵੀ ਸਾਧ ਲੱਗੇ ਪ੍ਰਾਣੀ। ਇੱਕ ਬੰਦਾ ਤੁਸੀਂ ਵੇਖਿਆ, ਇਹੋ ਜਿਹੇ ਲੋਕ ਵੀ ਹੈਗੇ ਜਿਹੜੇ ਜਿਉਂਦੇ ਜਾਨਵਰ ਖਾ ਜਾਂਦੇ ਆ। ਤੁਸੀਂ ਵੇਖਿਆ ਨਾ ਦੂਜੇ ਕਈਆਂ ਕੰਟਰੀਆਂ ਦੇ ਬੰਦੇ, ਉਹਨੂੰ ਵੇਖ ਕੇ ਹੈਰਾਨ ਹੀ ਹੋ ਜਾਂਦੇ ਦੂਜੇ ਬੰਦੇ। ਕਹਿੰਦੇ ਮੈਂ ਉੱਥੇ ਗਿਆ, ਉੱਥੇ ਕੇਕੜੇ ਉੱਦਾਂ ਹੀ ਖਾ ਜਾਂਦੇ ਆ, ਉੱਥੇ ਮੇਂਢਕ ਜਿਉਂਦਾ ਹੀ ਖਾ ਜਾਂਦੇ ਆ, ਉੱਥੇ ਜਿਉਂਦੇ ਜਾਨਵਰ ਆਪਣੀ ਖੁਰਾਕ ਬਣਾ ਲੈਂਦੇ ਆ। ਕੋਈ ਇਸੇ ਚੀਜ਼ ਨੂੰ ਵੇਖ ਕੇ ਹੈਰਾਨ ਹੋ ਜਾਂਦੇ। ਪਾਤਸ਼ਾਹ ਕਿੱਡੇ ਪਿਆਰੇ ਸ਼ਬਦ ਵਰਤਦੇ ਨੇ, ਕਹਿੰਦੇ ਵਿਸਮਾਦ ਸਾਧ ਲੱਗੇ ਪ੍ਰਾਣੀ। ਕਈ ਲੋਕਾਂ ਦੇ ਸਵਾਦਾਂ ਨੂੰ ਵੇਖ ਕੇ ਹੈਰਾਨ ਹੋ ਜਾਂਦੇ। ਹੁਣ ਇੱਕ ਉਸ ਕੰਟਰੀ ਦਾ ਬੰਦਾ ਹੋਵੇ, ਜਿਸ ਬੰਦੇ ਨੇ ਮੂਲੀ ਪੱਤੇ ਸਾਗ ਸਬਜ਼ੀ ਤੋਂ ਬਿਨਾਂ ਕੁਝ ਨਾ ਖਾਧਾ ਹੋਵੇ, ਤੇ ਉਸ ਕੰਟਰੀ ਚਲਾ ਜਾਵੇ ਜਿੱਥੇ ਪਲੇਟ ਵਿੱਚ ਜੀਵ ਘੁੰਮ ਰਿਹਾ ਹੋਵੇ ਤੇ ਜਿਉਂਦਾ ਤੁਰਿਆ ਫਿਰਦਾ ਹੋਵੇ, ਉਹਨੂੰ ਚੁੱਕ ਕੇ ਖਾਣ ਲੱਗ ਪੈਣਾ। ਤੁਸੀਂ ਵੇਖਿਆ ਨਾ ਇੰਟਰਨੈਟ 'ਤੇ ਆਪਾਂ ਵੇਖਦੇ ਹਾਂ ਕਿ ਜਿਉਂਦੇ ਖਰਗੋਸ਼ ਖਾ ਜਾਂਦੇ ਆ, ਕੇਕੜੇ ਖਾ ਜਾਂਦੇ ਆ, ਚੂਹੇ ਖਾ ਜਾਂਦੇ ਆ, ਸੱਪ ਖਾ ਜਾਂਦੇ ਆ, ਚਿਪਕਲੀਆਂ ਖਾ ਜਾਂਦੇ ਆ। ਹੁਣ ਉਹਨਾਂ ਵਾਸਤੇ ਆਮ ਗੱਲ ਆ। ਦੂਜਾ ਬੰਦਾ ਉਹਨੂੰ ਵੇਖ ਕੇ ਨਾ, ਆਹ ਮੈਂ ਤਾਂ ਹੈਰਾਨ ਹੀ ਹੋ ਗਿਆ, ਮੈਂ ਤਾਂ ਵਿਸਮਾਦ 'ਚ ਹੀ ਚਲੇ ਗਿਆ, ਮੈਂ ਤਾਂ ਹੈਰਾਨ ਹੀ ਹੋ ਗਿਆ ਚੀਜ਼ ਵੇਖ ਕੇ। ਇਹ ਕਿਹੜਾ ਵਿਸਮਾਦ ਹੈ ਜੀ ਜਿਹੜਾ ਤੂੰ ਉਹਦੇ ਵੇਖ ਕੇ ਉਹਨਾਂ ਵਾਸਤੇ ਆਮ ਗੱਲ, ਤੇਰੇ ਵਾਸਤੇ ਹੈਰਾਨੀਜਨਕ ਕੰਮ ਹੈ। ਪਾਤਸ਼ਾਹ ਕਿੱਡੇ ਪਿਆਰੇ ਸ਼ਬਦ ਵਰਤਦੇ। ਵਿਸਮਾਦ ਸਾਧ ਲੱਗੇ ਪ੍ਰਾਣੀ, ਵਿਸਮਾਦ ਸੰਜੋਗ, ਵਿਸਮਾਦ ਵਿਜੋਗ। ਸੰਜੋਗ ਦਾ ਅਰਥ ਹੁੰਦਾ ਮਿਲਣਾ, ਵਿਜੋਗ ਦਾ ਅਰਥ ਹੁੰਦਾ ਵਿਛੜਨਾ। ਕਈ ਇਹਨਾਂ ਨੂੰ ਵੇਖ ਕੇ ਵਿਸਮਾਦ ਚਲੇ ਜਾਂਦੇ ਆ। ਜੀਵਾਂ ਦਾ ਵਿਛੜਨਾ, ਕਿਤੇ ਰਿਸ਼ਤਾ ਹੋ ਜਾਏ ਨਾ ਇੱਦਾਂ ਕਹਿਣਗੇ, ਵੇਲਾ ਕਿੱਥੇ ਜੰਮਿਆ, ਉਹ ਕਿੱਥੇ ਪੈਦਾ ਹੋਈ, ਕਿੱਦਾਂ ਸਬੱਬ ਬਣਿਆ, ਵਿਚੋਲਾ ਵਿੱਚ ਆਇਆ, ਰਿਸ਼ਤਾ ਹੋ ਗਿਆ। ਮੈਂ ਤਾਂ ਹੈਰਾਨ ਹੀ ਹੋ ਗਿਆ। ਤੂੰ ਤਾਂ ਹੈਰਾਨ ਆਪੇ ਹੋਣਾ ਸੀ, ਤੈਨੂੰ ਕੜਾ ਜੋ ਪੈ ਗਿਆ, ਤੈਨੂੰ ਮੁੰਦਰੀ ਜੋ ਪੈ ਗਈ। ਕਈਆਂ ਦੇ ਵਿਸਮਾਦ ਇੱਥੋਂ ਤੱਕ ਹੀ ਹੈ। ਵਿਸਮਾਦ ਸੰਜੋਗ, ਵਿਸਮਾਦ ਵਿਜੋਗ। ਕਿਤੇ ਟੁੱਟ ਗਿਆ ਉੱਥੇ ਹੈਰਾਨ ਹੋ ਗਿਆ, ਕਿਤੇ ਮਿਲ ਪਿਆ ਉੱਥੇ ਹੈਰਾਨ ਹੋ ਗਿਆ। ਇਹ ਵਿਸਮਾਦ ਵਕਤੀ ਹੈ, ਥੋੜ੍ਹ ਚਿਰੇ ਆ। ਤੁਸੀਂ ਅਖੀਰਲੀ ਤੁਕ ਨੂੰ ਨਾਲ ਲੈ ਕੇ ਚਲੋਗੇ, ਗੱਲ ਕਲੀਅਰ ਹੋ ਜਾਏਗੀ। ਮਨ ਅੰਧੇ ਜਨਮ ਗਵਾਇਆ। ਪਾਤਸ਼ਾਹ ਕਹਿੰਦੇ ਨੇ ਵਿਸਮਾਦ ਸੰਜੋਗ, ਵਿਸਮਾਦ ਵਿਜੋਗ, ਵਿਸਮਾਦ ਭੁੱਖ, ਵਿਸਮਾਦ ਭੋਗ। ਭੁੱਖ ਭੋਗ ਇਕੱਠਾ ਹੀ ਹੈ। ਭੁੱਖ ਤ੍ਰਿਸ਼ਨਾ ਦੀ ਭੁੱਖ, ਤ੍ਰਿਸ਼ਨਾ ਦੀ ਭੁੱਖ ਵਾਸਤੇ ਫਿਰ ਜਦੋਂ ਬੰਦਾ ਯਤਨ ਕਰਦਾ, ਕੋਈ ਚੀਜ਼ ਲੱਭਦਾ। ਮੰਨ ਲਓ ਇੱਕ ਭੁੱਖ ਹੈ, ਭੁੱਖ ਇੱਕ ਕਿਸਮ ਦੀ ਥੋੜ੍ਹਾ ਭੁੱਖ ਵਾਲੀ ਰੋਟੀ ਖਾਣ ਦੀ ਥੋੜ੍ਹਾ, ਇਹ ਤਾਂ ਮਿਟ ਵੀ ਜਾਂਦੀ ਭੁੱਖ ਤੇ। ਅੱਛਾ ਕਮਾਲ ਦੀ ਗੱਲ ਵੇਖੋ, ਜਿਹੜੀ ਰੋਟੀ ਦੀ ਭੁੱਖ ਹੈ ਨਾ, ਬੰਦੇ ਨੂੰ ਭੁੱਖ ਹੈ, ਬੰਦੇ ਨੇ ਪ੍ਰਸ਼ਾਦਾ ਛਕਿਆ, ਨਾਸ਼ਤਾ ਕੀਤਾ, ਭੁੱਖ ਮਿਟ ਗਈ, ਮੁੜ ਕੇ ਥੋੜ੍ਹਾ ਉਹਦਾ ਰਸੋਈ ਵੱਲ ਵੇਖਣ ਨੂੰ ਜੀ ਕਰਦਾ। ਪਰ ਤ੍ਰਿਸ਼ਨਾ ਦੀ ਭੁੱਖ ਤੇ ਵੱਧਦੀ ਜਾਂਦੀ ਹੈ, ਜਿੰਨੀ ਵਾਰ ਪਦਾਰਥ ਪਾਈਓ ਹੋਰ ਵੱਧਦੀ ਜਾਂਦੀ ਹੈ। ਵਿਸਮਾਦ ਭੁੱਖ, ਵਿਸਮਾਦ ਭੋਗ। ਭੁੱਖ ਤੇ ਭੋਗ ਇਹ ਜੁੜੇ ਹੋਏ ਸ਼ਬਦ ਨੇ। ਹੁਣ ਸੁਣਿਓ, ਅੰਦਰ ਭੁੱਖ ਲੱਗੀ ਪਦਾਰਥਾਂ ਦੀ, ਘਰ 'ਚ ਗੱਡੀ ਖਲੋਤੀ ਹੋਣ ਦੇ ਬਾਵਜੂਦ ਵੀ ਪੁੱਤਰ ਦੇ ਸਹੁਰਿਆਂ ਤੋਂ ਆਈ ਗੱਡੀ ਚੰਗੀ ਲੱਗਦੀ ਹੈ ਨਾ। ਘਰ 'ਚ ਕਾਰ ਪਹਿਲਾਂ ਖਲੋਤੀ ਹੈ, ਪੁੱਤਰ ਇੱਕੋ ਇੱਕ ਹੀ ਹੈ, ਪਰ ਗੱਡੀ ਦੇ ਰਿਹਾ ਫਿਰ ਵੀ ਚੰਗੀ ਲੱਗਦੀ ਹੈ ਨਾ। ਕਈ ਉਹਨੂੰ ਵੇਖ ਕੇ ਮੈਂ ਤਾਂ ਹੈਰਾਨ ਹੀ ਹੋ ਗਿਆ। ਜਦੋਂ ਕਾਰ 'ਚ ਬਹਿਣਾ ਠੰਡੀ ਹਵਾ ਮਾਰਦੀ ਆ, ਹੁਣ ਉਹਦਾ ਵਿਸਮਾਦ ਇੱਥੋਂ ਤੱਕ ਹੀ ਹੈ। ਹੁਣ ਉਹਨੇ ਉਸ ਭੁੱਖ ਨੂੰ ਪੂਰਾ ਕਰਨ ਵਾਸਤੇ, ਉਹ ਭੋਗ ਪੂਰੇ ਕਰਨ ਵਾਸਤੇ ਯਤਨ ਵੀ ਤਾਂ ਕੀਤਾ ਨਾ। ਭਾਵੇਂ ਉਹਨੇ ਕੋਈ ਵਿਚੋਲਾ ਲੱਭਿਆ, ਜੇ ਕੋਈ ਗੱਡੀ ਬੰਦੇ ਨੇ ਉੱਦਾਂ ਲੈਂਦੀ, ਜਿੱਦਾਂ ਵੀ ਮੰਨ ਲਓ ਯਤਨ ਕਰਕੇ ਆਪਣੀ ਜ਼ਿੰਦਗੀ 'ਚ ਸਾਧਨ ਪ੍ਰਾਪਤ ਕਰ ਲਿਆ। ਵਿਸਮਾਦ ਭੁੱਖ, ਵਿਸਮਾਦ ਭੋਗ। ਹੁਣ ਇੱਕ ਬੰਦੇ ਦਾ ਭੁੱਖ ਭੋਗ ਦੇ ਉੱਤੇ ਵਿਸਮਾਦ ਟਿਕਿਆ ਹੋਇਆ, ਉੱਥੇ ਹੈਰਾਨ ਹੋ ਜਾਂਦਾ। ਪਾਤਸ਼ਾਹ ਕਹਿੰਦੇ ਵਿਸਮਾਦ ਸਿਫਤ, ਵਿਸਮਾਦ ਸਾਲਾ। ਇੱਕ ਗੱਲਾਂ ਬਾਤਾਂ ਨਾਲ ਰੱਬ ਬੜਾ ਬੇਅੰਤ ਆ ਭਾਈ, ਉਹ ਚਾਹੇ ਤਾਂ ਹੁਣੇ ਮੀਂਹ ਪਾ ਸਕਦਾ, ਉਹ ਚਾਹੇ ਤਾਂ ਹੁਣੇ ਹਨੇਰ ਚਲਾ ਸਕਦਾ, ਬੜਾ ਵੱਡਾ ਸੁਣ ਵੱਡਾ ਆਖਿਆ ਸਭ ਕੋਈ। ਇੱਕ ਗੱਲਾਂ ਬਾਤਾਂ ਦੇ ਨਾਲ ਹੀ ਹੈਰਾਨ ਹੋ ਜਾਂਦਾ, ਸੁਣ ਵੱਡਾ, ਬੜਾ ਵੱਡਾ ਬੰਦਾ, ਬੜਾ ਵੱਡਾ ਰੱਬ ਆ, ਬੜੀ ਵੱਡੀ ਕਲਾ ਵਰਤਾਉਣ ਵਾਲਾ ਉਹ। ਸੁਣ ਵੱਡਾ ਆਖਿਆ ਸਭ ਕੋਈ, ਕੇਵੜ ਵੱਡਾ ਈਠਾ ਹੋਏ, ਰਾਮ ਰਾਮ ਕਰਤਾ ਸਭ ਜੱਗ ਫਿਰੇ। ਵਿਸਮਾਦ ਸਿਫਤ, ਵਿਸਮਾਦ ਸਾਲਾ।
ਸਿਵ ਸਲਾਹ ਦੁਆਰਾ। ਸਿਵ ਸਲਾਹ ਕਿਹੜੀ? ਜਿਹੜੀ ਜ਼ੁਬਾਨੀ ਕਲਾਮੀ ਵਕਤੀ ਤੌਰ ਤੇ, ਅੰਦਰੋਂ ਨਹੀਂ ਹੋ ਰਹੀ। ਹਰ ਹਰ ਕਰੇ, ਹਰੀ ਹਰੀ ਵੀ ਕਰ ਰਿਹਾ, ਨਿਤ ਕਪਟ ਕਮਾਮ। ਵਿਸਮਾਦ ਸਿਬਤ ਵਿਸਮਾਦ ਸਾਲਾ, ਵਿਸਮਾਦ ਉਜੜ ਵਿਸਮਾਦ ਰਾਹ। ਉਜੜੇ ਪੈਣਾ, ਰਾਏ ਪੈਣਾ। ਇਹ ਚੋਂ ਵੀ ਕਈ ਹੈਰਾਨ ਹੋ ਜਾਂਦੇ ਆ। ਕਿੱਦਾਂ ਭਲਾ? ਸੁਣਿਓ ਹੁਣ ਜਿਹੜੇ ਲੋਕ ਉਜੜੇ ਪਏ ਹੋਏ ਨੇ, ਭੇਖੀਆਂ ਕੋ ਜਾਂਦੇ, ਦੇਹਧਾਰੀ ਬਾਬਿਆਂ ਕੋ ਜਾਂਦੇ ਆ, ਉੱਥੇ ਜਾ ਕੇ ਕਹਿੰਦੇ ਹੈਰਾਨ ਹੀ ਹੋ ਜਾਂਦੇ ਆ, ਇੰਨੀ ਸੰਗਤ ਆਉਂਦੀ ਆ, ਪਤਾ ਨਹੀਂ ਕਿੱਥੋਂ ਤੁਰੀ ਆਉਂਦੀ ਆ। 2 ਟਰੱਕ ਆਉਂਦੇ ਆ, 4 ਚਲੇ ਜਾਂਦੇ ਆ, 4 ਆਉਂਦੇ ਆ, 5 ਚਲੇ ਜਾਂਦੇ ਆ। ਇਹ ਤਾਂ ਲਹਿਰਾਂ ਹੀ ਲੱਗੀਆਂ ਪਈਆਂ। ਅਸੀਂ ਤਾਂ ਹੈਰਾਨ ਹੀ ਹੋ ਜਾਂਦੇ, ਪਤਾ ਨਹੀਂ ਕਿੱਦਾਂ ਚੱਲੀ ਜਾਂਦਾ ਸਾਰਾ ਕੁਝ। ਕਈ ਉਜੜੇ ਪਏ ਵੀ ਵਿਸਮਾਦ 'ਚ ਚੱਲ ਜਾਂਦੇ ਨੇ, ਅਤੇ ਵਿਸਮਾਦ ਰਾਹ। ਕਈ ਬੰਦੇ ਜਦੋਂ ਸਹੀ ਰਸਤੇ ਪੈਂਦੇ ਆ, ਗੁਰਬਾਣੀ ਪੜ੍ਹਦੇ ਆ, ਗੁਰਬਾਣੀ ਵਾਲੇ ਬਣੇ ਤੁਰਦੇ, ਫਿਰ ਕੀ ਕਹਿੰਦੇ ਆ? ਸਾਰੀ ਜ਼ਿੰਦਗੀ ਹਨੇਰ ਢੋਇਆ, ਅੱਜ ਸਹੀ ਰਸਤੇ ਦਾ ਪਤਾ ਲੱਗਾ। ਇੱਕ ਵਿਸਮਾਦ ਆ ਵਾ। ਹੁਣ ਇੱਥੇ ਸਾਰੇ ਵਿਸਮਾਦ ਗਿਣਤੇ ਮਹਾਰਾਜ ਨੇ ਵੀ ਇੱਕ ਨੂੰ ਇੱਕ ਉਜੜੇ ਪਿਆ ਹੋਇਆ ਵੀ ਆਪਣੇ। ਹੁਣ ਜਿਹੜੇ ਚੌਂਕੀਆਂ ਭਰਨ ਜਾਂਦੇ, ਉਹ ਕੀ ਕਹਿੰਦੇ ਆ? ਅਸੀਂ ਘਰੋਂ ਅਜੇ ਸੋਚਿਆ ਹੀ ਸੀ, ਅਸੀਂ ਬੋਲਿਆ ਥੋੜ੍ਹਾ ਜਾ ਕੇ ਕੁਝ ਬਾਬੇ ਜਾਂਦਿਆਂ ਬੁੱਝ ਗਏ। ਜਾਂਦਿਆਂ ਦੱਸਤਾ ਉਹਨਾਂ ਨੇ ਸਾਨੂੰ, ਪਹਿਲਾਂ ਕਹਿਤਾ 3 ਵਾਰ ਤੁਸੀਂ ਮਸਾਂ ਬਚੇ ਜੇ। ਵੈਸੇ ਇਹ ਤਰੀਕਾ ਹੁੰਦਾ ਉਹਨਾਂ ਦਾ ਲੁੱਟਣ ਦਾ। ਉਹ ਇੱਦਾਂ ਕਹਿਣਾ ਨਾ, 3 ਵਾਰ ਭਾਈ ਮੌਤ ਦੇ ਮੂੰਹ 'ਚੋਂ ਬਚਿਆ। ਫਿਰ ਬੰਦਾ ਚੇਤਾ ਕਰਨ ਲੱਗ ਪੈਂਦਾ, ਇੱਕ ਵਾਰੀ ਛੱਤ ਤੋਂ ਡਿੱਗਾ ਸੀ ਪਤੰਗ ਡਾਉਂਦਾ, ਇੱਕ ਵਾਰੀ ਗੱਡੀ ਉੱਤੇ ਆਣ ਚੜ੍ਹੀ ਸੀ, ਇੱਕ ਵਾਰੀ ਫਲਾਣਾ। ਹਰ ਬੰਦੇ ਨਾਲ 2-3 ਘਟਨਾਵਾਂ ਤੇ ਵਾਪਰੀਆਂ ਹੁੰਦੀਆਂ ਨੇ। ਫਿਰ ਕਹਿਣਗੇ ਸਿਆਣਾ ਬੜਾ। ਉਹ ਆਪੇ ਹੀ ਸਿਆਣਾ। ਕਮਲੇ ਤੁਸੀਂ ਜਿਹੜੇ ਸਿਆਣੇ ਕੋ ਤੁਰੇ ਫਿਰਦੇ ਜੀ। ਸਿਆਣਾ ਬਣਾਇਆ ਕਿਨੇ ਤੁਸੀਂ? ਤੁਹਾਡੇ ਵਰਗੇ ਕਮਲੇ ਹੋਣ ਤੇ ਬਾਬੇ ਸਿਆਣੇ ਆਪੇ ਹੀ ਆ। ਅੱਛਾ, ਜਿਹਨੂੰ ਆਪਾਂ ਸਿਆਣੇ ਕਹਿੰਦੇ ਆ, ਚੇਲੇ ਆਂਦੇ ਇਹਦੇ ਵਰਗਾ ਨਕੰਮਾ ਕੋਈ ਨਹੀਂ, ਇਹਦੇ ਵਰਗਾ ਵਿਹਲੜ ਕੋਈ ਨਹੀਂ। ਦੂਜਿਆਂ ਦੀ ਦੁਨੀਆ ਕੀ ਆਂਦੀ ਹੈ? ਬਾਬਾ ਜੀ ਬੜੇ ਸਿਆਣੇ ਨੇ। ਪਾਤਸ਼ਾਹ ਕਹਿੰਦੇ ਨੇ ਵਿਸਮਾਦ ਉਜੜ ਵਿਸਮਾਦ ਰਾਹ। ਕਈਆਂ ਨੂੰ ਉਜੜੇ ਪੈਣ 'ਚੋਂ ਵਿਸਮਾਦ ਲੱਭ ਰਿਹਾ। ਹਾ ਪਏ ਗਲਤ ਰਸਤੇ ਆ। ਹੁਣ ਗਾਈ ਜਾਂਦੇ ਆ। ਤੁਸੀਂ ਵੇਖੋ ਜਿਹੜੇ ਸਾਧਾਂ ਡੇਰਿਆਂ ਨਾਲ ਬਾਬਿਆਂ ਨਾਲ ਜੁੜੇ ਆ, ਪੁੱਛ ਕੇ ਵੇਖੋ। ਗੁਰੂ ਗ੍ਰੰਥ ਸਾਹਿਬ ਦੇ ਬਾਰੇ ਤੇ ਕੱਖ ਵੀ ਨਹੀਂ ਪਤਾ, ਬਾਬਿਆਂ ਬਾਰੇ ਸਭ ਕੁਝ ਪਤਾ ਉਹਨਾਂ ਨੂੰ। ਇੱਕ ਗੱਲ ਦਾ ਪਤਾ, ਗੁਰੂ ਗ੍ਰੰਥ ਸਾਹਿਬ 'ਤੇ ਕੋਈ ਗੱਲ ਕਰੇ ਤੇ ਕੋਈ ਸਮੱਸਿਆ ਨਹੀਂ ਉਹਨਾਂ ਨੂੰ, ਪਰ ਬਾਬੇ ਬਾਰੇ ਨਾ ਕੋਈ ਗੱਲ ਕਰੇ, ਬਾਬੇ ਬਾਰੇ ਨਾ ਕੋਈ ਉਂਗਲ ਕਰੇ। ਕਿਉਂ? ਸਿੱਧੀ ਸਪਸ਼ਟ ਜੀ ਗੱਲ ਹੈ ਵੀ ਉਹ ਜਿਹੜੇ ਪੈਣ ਨੂੰ ਉਹ ਇਹ 'ਚੋਂ ਵਿਸਮਾਦ ਲੱਭ ਰਹੇ ਨੇ। ਵਿਸਮਾਦ ਉਜੜ ਵਿਸਮਾਦ ਰਾਹ। ਵਿਸਮਾਦ ਨੇੜੇ ਵਿਸਮਾਦ ਦੂਰ। ਇੱਕ ਨੇੜੇ ਕਹਿ ਰਿਹਾ, ਇੱਕ ਦੂਰ ਕਹਿ ਰਿਹਾ। ਉਹ ਦੂਰ ਕਹਿਣ 'ਚ ਵਿਸਮਾਦ ਲੈ ਕੇ ਬੈਠਾ, ਉੱਤੇ ਬੈਠਾ ਸਭ ਕੁਝ ਵੇਖੀ ਜਾਂਦਾ। ਇੱਕ ਇੱਦਾਂ ਬਾਂਹ ਉੱਤਰ ਨੂੰ ਕਰਦਾ, ਉੱਪਰ ਬੈਠਾ 7ਵੇਂ ਅਸਮਾਨ 'ਤੇ। ਇੱਕ ਕਹਿੰਦਾ ਨਹੀਂ ਨੇੜੇ ਹੀ ਆ। ਹੈਗਾ ਜਿਹੜਾ ਨੇੜੇ ਮੰਨਦਾ ਨਾ, ਕੰਮ ਉਹ ਵੀ ਪੁੱਠੇ ਹੀ ਕਰ ਰਿਹਾ। ਮਨ ਅੰਧੇ ਜਨਮ ਗਵਾਏ ਆ। ਨੇੜੇ ਮੰਨ ਕੇ ਵੀ ਕਿਹੜਾ ਨੇੜੇ ਮੰਨ ਲੈਣਾ ਹੈ? ਨੇੜੇ ਕਹੀ ਜਾਓ, ਹਾਂ ਨੇੜੇ ਹੀ ਹੈ, ਜਾਣਦਾ ਹੀ ਆ। ਜਿੱਦਾਂ ਮੜੀਆਂ 'ਚ ਨਹੀਂ, ਜਦੋਂ ਸੰਸਕਾਰ ਕਰਨ ਜਾਂਦੇ ਹਾਂ ਆਪਾਂ, ਉਹਨਾਂ ਦੇ ਹਾਲ 'ਚ ਆਪਾਂ ਜਦੋਂ ਜਾਂਦੇ ਹਾਂ, ਜਦੋਂ ਸੰਸਕਾਰ ਕਰਦੇ ਬੰਦੇ ਦਾ, ਉੱਥੇ ਨਹੀਂ ਕਹਿਣਗੇ ਸਾਰਿਆਂ ਇੱਥੇ ਹੀ ਆਉਣਾ ਭਾਈ, ਜ਼ਿੰਦਗੀ ਦੀ ਦੌੜ ਇੱਥੇ ਹੀ ਹੈ। ਇਹਦਾ ਅਰਥ ਵੀ ਅੱਜ ਤੋਂ ਬਾਅਦ ਬੰਦਾ ਸੁਧਰ ਗਿਆ? ਨਾ 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 ਨਾ। ਉੱਥੋਂ ਤੁਰਨ ਦੀ ਦੇਰ ਹੈ, ਪੁੱਠੇ ਕੰਮ ਫੇਰ ਉੱਥੇ ਹੋ ਸਕਦਾ। ਉੱਥੋਂ ਫੇਰ ਗੱਡੀ ਸਿੱਧੀ ਅਦਾਲਤ ਨੂੰ ਪਾ ਦੇਵੇ, ਝੂਠੀ ਤਰੀਕ ਦਾ ਟਾਈਮ ਦਿੱਤਾ ਹੋਵੇ ਕਿਸੇ ਨੂੰ, ਰੁਪਈਆ 15,000 ਲਊਂਗਾ, ਗਵਾਹੀ ਝੂਠੀ ਦੇਵਾਂਗਾ ਮੈਂ। ਪਾਤਸ਼ਾਹ ਕਹਿੰਦੇ ਨੇ ਵਿਸਮਾਦ ਨੇੜੇ ਵਿਸਮਾਦ ਦੂਰ। ਵਿਸਮਾਦ ਵੇਖੇ ਹਾਜ਼ਰਾ ਹਜ਼ੂਰ। ਇੱਕ ਹਾਜ਼ਰਾ ਹਜ਼ੂਰ ਮੰਨਦਾ ਵੀ ਨੇੜੇ ਹੀ ਹੈ, ਸਾਰੇ ਥਾਂ 'ਤੇ ਵਿਆਪਕ ਭਾਈ, ਪਰ ਕਹਿੰਦਾ ਹੀ ਆ, ਜ਼ੁਬਾਨੀ ਕਲਾਮੀ ਕਹਿੰਦਾ। ਜੇ ਉਹਨੂੰ ਮਾਣੇ ਤੇ ਜ਼ਿੰਦਗੀ 'ਚ ਸੁਧਾਰ ਨਾ ਕਰੇ ਆਪਣੇ। ਪਾਤਸ਼ਾਹ ਕਹਿੰਦੇ ਨੇ ਵੇਖ ਵਡਾਣ ਜਦੋਂ ਮੇਰੇ ਇਸ ਅੰਨੇ ਮਨ ਨੇ ਉਹਦੇ ਅਸਲੀ ਕੌਤਕ ਵੇਖੇ। ਭਾਵ ਜਿਵੇਂ ਆਪਾਂ ਆਰੰਭ 'ਚ ਗੱਲ ਕਹੀ ਸੀ ਵੀ ਇੱਕ ਪਿੰਡ ਦਾ ਬੰਦਾ ਸ਼ਹਿਰ ਜਾਂਦਾ, ਉਹਦਾ ਥੋੜ੍ਹਾ ਜਿਹਾ ਹੋਰ ਦਿਮਾਗ ਵਿਕਾਸ ਕਰਦਾ। ਜਦੋਂ ਅੱਗੇ ਦੂਜੇ ਜ਼ਿਲ੍ਹੇ ਜਾਂਦਾ, ਫਿਰ ਹੌਲੀ ਹੌਲੀ ਇੱਕ ਸਟੇਟ ਤੋਂ ਦੂਜੀ ਸਟੇਟ ਜਾਂਦਾ, ਫਿਰ ਉਹਨੂੰ ਕਿੰਨੀਆਂ ਗੱਲਾਂ ਦਾ ਪਤਾ ਲੱਗਦਾ। ਇੱਕ ਬੰਦਾ ਕੁਝ ਨਹੀਂ ਪੜ੍ਹਦਾ ਲਿਖਦਾ, ਉਹਨੂੰ ਪਤਾ ਹੀ ਕੱਖ ਨਹੀਂ। ਇੱਕ ਬੰਦੇ ਨੂੰ ਇਹ ਵੀ ਨਹੀਂ ਪਤਾ ਹੁੰਦਾ। ਸੱਚੀ ਗੱਲ ਹੈ, ਇਹੋ ਜਿਹੇ ਬੰਦੇ ਵੀ ਹੈਗੇ ਨੇ ਜਿਨ੍ਹਾਂ ਨੂੰ ਆਪਣੇ ਇਲਾਕੇ ਦੇ MLA ਤੇ MP ਬਾਰੇ ਵੀ ਨਹੀਂ ਪਤਾ ਹੁੰਦਾ। ਇੱਕ ਬੰਦਾ ਉਹ ਹੁੰਦਾ, ਉਹਨੂੰ ਦੂਜੀਆਂ ਕੰਟਰੀਆਂ ਦੇ ਰਾਸ਼ਟਰਪਤੀ, ਦੂਜੀਆਂ ਕੰਟਰੀਆਂ ਦੇ ਪ੍ਰਧਾਨ ਮੰਤਰੀ ਤੱਕ ਦੀ ਨੌਲੇਜ ਹੁੰਦੀ ਹੈ। ਕਿਉਂ? ਬੈਠਾ ਇੱਕ ਥਾਂ 'ਤੇ ਆ, ਪਰ ਉਹ ਪੜ੍ਹਦਾ ਲਿਖਦਾ, ਨੌਲੇਜ ਰੱਖਦਾ, ਸਮਝਦਾ, ਉਸ ਬੰਨੇ ਆਪਣੇ ਆਪ ਨੂੰ ਤੋਰਦਾ ਵਾ। ਇੱਦਾਂ ਹੀ ਧਰਮ ਦੀ ਦੁਨੀਆ 'ਚ ਇੱਕ ਬੰਦੇ ਦਾ ਵਿਸਮਾਦ ਨਿੱਕੀਆਂ ਨਿੱਕੀਆਂ ਚੀਜ਼ਾਂ 'ਤੇ ਟਿਕਿਆ। ਇੱਕ ਕਹਿੰਦਾ ਨਹੀਂ ਭਾਈ, ਜਦੋਂ ਜ਼ਿੰਦਗੀ 'ਚ ਕੁਝ ਬਦਲਦਾ ਨਾ, ਫਿਰ ਜਦੋਂ ਗਿਆਨ ਅੰਦਰੇ ਕਰਮ ਅੰਦਰੇ ਸਹੀ ਕੰਮ ਕਰਦੇ, ਮੈਂ ਤਾਂ ਉਦੋਂ ਵਿਸਮਾਦ 'ਚ ਆਉਣਾ। ਆੜੇ ਥੋੜ੍ਹੇ ਚਿਰੇ ਵਿਸਮਾਦੇ ਰਹਿ ਗਏ, ਮੁੱਕ ਗਏ। ਵੇਖ ਵਡਾਣ ਰਹਿਆ ਵਿਸਮਾਦ, ਨਾਨਕ ਬੁੱਝਣ ਪੂਰੇ ਭਾਗ। ਹੇ ਨਾਨਕ, ਹੁਣ ਮੈਂ ਬੁੱਝ ਗਿਆ ਪੂਰਿਆਂ ਭਾਗਾਂ ਨਾਲ, ਅਤੇ ਪੂਰੇ ਭਾਗ ਬਣਾਏ ਕਿਹਨੇ? ਮੇਰੇ ਪੂਰੇ ਗੁਰੂ ਨੇ। ਗੁਰਪੂਰੇ ਮੇਰੀ ਰਾਖ ਲਈ, ਅੰਮ੍ਰਿਤ ਨਾਮ ਰਿਦਾ ਮੈਂ ਦੀਨੋ, ਜਨਮ ਜਨਮ ਕੀ ਮੈਲ ਗਈ। ਥੋੜ੍ਹੇ ਚਿਰੇ ਜਿਹੜੇ ਵਿਸਮਾਦ ਸੀ, ਕੋਈ
ਸੰਗੀਤ ਸੁਣ ਕੇ ਕਹਿੰਦਾ ਸੀ ਮੈਂ ਤੇ ਵਿਸਮਾ ਚਲਾ ਗਿਆ। ਕੋਈ ਵੇਦਾਂ ਵਿੱਚੋਂ, ਕੋਈ ਹਵਾ ਅੱਗ ਪਾਣੀ ਵਿੱਚੋਂ, ਕੋਈ ਨਾਂਗੇ ਜੰਤੂਆਂ ਵਿੱਚੋਂ ਵੀ ਜੀਵ ਨੰਗੇ ਤੁਰੇ ਫਿਰਦੇ ਆ, ਨਾਂਗੇ ਸਾਧੂ ਤੁਰੇ ਫਿਰਦੇ ਆ, ਉਹਨਾਂ ਨੂੰ ਵੇਖ ਜਿਹੜਾ ਵਿਸਮਾਦ 'ਚ ਆਉਂਦਾ ਸੀ। ਕਹਿੰਦਾ ਨਹੀਂ ਭਾਈ ਹੁਣ ਆੜੇ ਥੋੜ੍ਹੇ ਚਿਰ ਵਿਸਮਾਦ ਸੀ, ਇਹ ਮੁੱਕ ਗਿਆ ਜ਼ਿੰਦਗੀ 'ਚੋਂ, ਹੁਣ ਉਹ ਵਿਸਮਾਦ ਜ਼ਿੰਦਗੀ 'ਚ ਆ ਗਿਆ। ਵੇਖ ਕੇ ਹੈਰਾਨ ਹੀ ਹੋ ਜਾਈਦਾ। ਮਨ ਬਿਲਾਸ ਪਏ, ਮਨ ਬਿਲਾਸ ਭਏ ਸਾਹਿਬ ਕੀ ਅਚਰਜ ਦੇਖ ਵਡਾਈ। ਜਦੋਂ ਮੈਂ ਆਪਣੀ ਜ਼ਿੰਦਗੀ 'ਚ ਉਸ ਸਾਹਿਬ ਦਾ ਹੋਇਆ, ਮਨ ਬਿਲਾਸ, ਮਨ ਵਿੱਚ ਖੁਸ਼ੀ ਆਈ, ਭਏ ਸਾਹਿਬ ਕੀ, ਜਦੋਂ ਮੈਂ ਸਾਹਿਬ ਦਾ ਹੋ ਗਿਆ, ਅਚਰਜ ਦੇਖ ਵਡਾਈ। ਜ਼ਿੰਦਗੀ ਦੀਆਂ ਸੋਹਣੀਆਂ ਵਡਾਈਆਂ, ਜ਼ਿੰਦਗੀ ਦੇ ਵਿੱਚ ਸੋਹਣੇ ਕੰਮ ਕੀਤੇ ਕਿੱਦਾਂ, ਜਦੋਂ ਮੈਂ ਸਾਹਿਬ ਦਾ ਹੋ ਗਿਆ। ਮਨ ਬਿਲਾਸ ਭਏ ਸਾਹਿਬ ਕੇ ਅਚਰਜ ਦੇਖ ਵਡਾਈ। ਉਹਦੀਆਂ ਅਚਰਜ ਵਡਿਆਈਆਂ ਵੇਖ ਕੇ ਮਨ ਵਿੱਚ ਖੇੜਾ ਆ ਗਿਆ। ਕਦੋਂ? ਜਦੋਂ ਮੈਂ ਸਾਹਿਬ ਦਾ ਹੋਇਆ। ਇਹ ਫਿਰ ਵਿਸਮਾਦ ਦਾ ਟਿਕਿਆ ਰਹਿਣਾ। ਮਨ ਅੰਧੇ ਜਨਮ ਗਵਾਇਆ। ਆਓ ਆਪਣੇ ਅੰਨੇ ਮਨ ਨੂੰ ਜੇ ਤੋਰਨਾ ਹੀ ਹੈ ਨਾ, ਫਿਰ ਉਸ ਰਸਤੇ ਤੋਰੋ ਜਿੱਥੇ ਤੋਰਿਆ ਫਿਰ ਮਨ ਮਹਿਸੂਸ ਹੋਵੇ। ਜਿਵੇਂ ਗੁਰੂ ਨਾਨਕ ਸਾਹਿਬ ਜੀ ਨੇ ਸ਼ਬਦ ਵਿੱਚ ਕਿਹਾ, ਆਸਾ ਰੱਖਦਾ ਇੱਕ ਸ਼ਬਦ ਹੈ, ਉਹ ਮਹਾਰਾਜ ਕਹਿੰਦੇ ਨਾਨਕ ਨਾਮ ਵਿਟੋਂ ਕੁਰਬਾਨ। ਨਾਨਕ ਨਾਮ ਵਿਟੋਂ ਕੁਰਬਾਨ। ਜਿਵੇਂ ਦੁਨੀਆ ਤੇ ਬੰਦਾ ਜਦੋਂ ਕੁਰਬਾਨੀ ਕਰਨ ਤੇ ਆਉਂਦਾ ਨਾ, ਨਸ਼ੇੜੀ ਬੰਦੇ ਦੇ ਅੰਦਰ ਨਸ਼ੇ ਦੀ ਆਦਤ ਹੈ ਨਾ, ਉਹ ਆਪਣੀ ਜ਼ਮੀਨ ਨਸ਼ੇ ਦੀ ਆਦਤ ਨੂੰ ਕੁਰਬਾਨ ਕਰ ਦਿੰਦਾ ਹੈ। ਆਪਣੇ ਘਰ 4 ਤੋਲੇ ਸੋਨਾ ਪਿਆ, ਉਹ ਆਪਣੇ ਨਸ਼ੇ ਦੀ ਆਦਤ ਨੂੰ ਕੁਰਬਾਨ ਕਰਦਾ ਹੈ। ਘਰਾਂ ਚੋਰੀਆਂ ਕਰਦਾ, ਜਾਣੀ ਕਿ ਨਸ਼ੇ ਦੀ ਆਦਤ ਤੋਂ ਆਪਣੀ ਪਤਨੀ, ਆਪਣੇ ਬੱਚੇ, ਆਪਣੇ ਘਰ ਦੇ ਸਭ ਸੁੱਖ ਆਰਾਮ ਕੁਰਬਾਨ ਕਰਦਾ ਹੈ ਨਸ਼ੇ ਦੀ ਆਦਤ ਪੂਰੀ ਕਰਨ ਲਈ। ਨਸ਼ੇ ਛਡਾਊ ਕੇਂਦਰ ਜਾਣ ਦਾ ਮੌਕਾ ਮਿਲਦਾ ਹੈ। ਕਈ ਨੌਜਵਾਨ ਆਪਣੀ ਜਵਾਨੀ ਦੱਸਦੇ 85 ਲੱਖ 90 ਲੱਖ ਮੈਂ ਆਪਣੇ ਪਰਿਵਾਰ ਦਾ ਖਾ ਗਿਆ। ਹੁਣ ਪਰਿਵਾਰ ਲੈ ਕੇ ਆਏ ਨਸ਼ੇ ਛਡਾਊ ਕੇਂਦਰ ਦੇ ਵਿੱਚ। ਇਹਦਾ ਅਰਥ ਉਸ ਆਦਤ ਨੂੰ ਪੂਰਾ ਕਰ ਲਈ, ਕਿੰਨਾ ਕੁਝ ਆਪਣੇ ਉਸ ਨਸ਼ੇ ਦੀ ਆਦਤ ਤੋਂ ਵਾਰਦਾ। ਜੂਏ ਦੀ ਆਦਤ ਜੇ ਪੈ ਗਈ, ਜੂਏ ਦੀ ਗੰਦੀ ਆਦਤ ਨੂੰ ਪੂਰਾ ਕਰ ਲਈ, ਸਭ ਕੁਝ ਆਪਣੇ ਪਰਿਵਾਰ ਦਾ ਉੱਤੋਂ ਵਾਰਦਾ। ਬਾਦਸ਼ਾਹ ਕਹਿਣ ਲੱਗੇ ਜੇ ਕੁਰਬਾਨੀ ਕਰਕੇ ਆਇਆ ਤੇ ਸੱਚ ਤੋਂ ਕੁਰਬਾਨ ਕਰ। ਨਾਨਕ ਨਾਮ ਵਿਟੋਂ, ਨਾਮ ਮੀਨ ਸੱਚ, ਸੱਚ ਤੋਂ ਕੁਰਬਾਨ ਕਰ। ਕੀ ਕੁਰਬਾਨ ਕਰ? ਝੂਠ ਕੁਰਬਾਨ ਕਰ ਦੇ, ਬੇਈਮਾਨੀ ਕੁਰਬਾਨ ਕਰ ਦੇ, ਮਾੜੀਆਂ ਆਦਤਾਂ ਕੁਰਬਾਨ ਕਰ ਦੇ, ਤਾਂ ਕਿ ਇੱਥੇ ਕੁਰਬਾਨੀ ਕੀਤੀ ਦਾ ਤੇਰਾ ਕੋਈ ਜਸ ਹੋਵੇ। ਨਾਨਕ ਨਾਮ ਵਿਟੋਂ ਕੁਰਬਾਨ। ਅੰਧੀ ਦੁਨੀਆ ਸਾਹਿਬ ਜਾਣ, ਦੁਨੀਆ ਅੰਨੀ ਆ, ਸਾਹਿਬ ਸਜਾਖਾ, ਸਜਾਖੇ ਨਾਲ ਜੁੜੇਗਾ ਤੇ ਤੂੰ ਵੀ ਸਜਾਖਾ ਹੋ ਪਾਏਂਗੀ। ਗੁਰੂ ਬਖਸ਼ਿਸ਼ ਕਰੇ ਸਾਧ ਸੰਗਤ ਜੀ। ਅੱਜ ਆਪਾਂ 3 ਨੰਬਰ ਪੌੜੀ ਦੇ ਨਾਲ ਜੋ ਪਹਿਲਾ ਸਲੋਕ ਜਿਹਦੀ ਆਪਾਂ ਵਿਚਾਰ ਸਾਂਝੀ ਕੀਤੀ ਹੈ, ਦੂਜੇ ਸਲੋਕ ਦੀ ਵਿਚਾਰ ਆਪਾਂ ਤੁਹਾਡੇ ਨਾਲ ਕੱਲ੍ਹ ਸਾਂਝੀ ਕਰਾਂਗੇ। ਆਪਾਂ ਇੱਦਾਂ ਸੁੱਤ ਟਕਾ ਕੇ ਗੱਲਾਂ ਸਮਝਦੇ ਜਾਣਾ ਤਾਂ ਕਿ ਸਾਨੂੰ ਸਮਝ ਲੱਗ ਜਾਏ। ਪਾਤਸ਼ਾਹ ਕਹਿੰਦੇ ਵੇਖ ਵਿਡਾਨ ਰਹਿਆ ਵਿਸਮਾਦ, ਨਾਨਕ ਬੁੱਝਣ ਪੂਰੇ ਪਾਤ। ਆੜੇ ਥੋੜ੍ਹੇ ਚਿਰ ਵਕਤੀ ਵਿਸਮਾਦ ਦਾ ਨਿੱਕੀ ਨਿੱਕੀ ਗੱਲ ਤੇ ਟਿਕੀ ਹੋਇਆ ਵੀ ਹਰ ਬੰਦਾ ਇੱਥੇ ਇੰਨੇ ਕੁ ਦਾਇਰੇ ਤੱਕ ਸੀਮਤ ਹੈ। ਆਓ ਆਪਾਂ ਜਿਵੇਂ ਪਾਤਸ਼ਾਹ ਜੀ ਨੇ ਮੱਛੀ ਨੂੰ ਨਹੀਂ ਸੀ ਕਿਹਾ ਮੱਛੀਏ ਜੇ ਤੂੰ ਟੋਭੇ 'ਚ ਰਵੇਂਗੀ ਤੇ ਫਸ ਜਾਏਗੀ, ਛੇਤੀ ਫੜੀ ਜਾਣਾ ਤੂੰ। ਕਬੀਰ ਥੋੜ੍ਹਾ ਜਾਲ ਮਾਛਲੀ ਚੀਵਰ ਮਿਲਿਓ ਜਾਲ। ਭਗਤ ਕਬੀਰ ਨੇ ਕਿਹਾ ਹੈ ਮੱਛੀਏ ਜੇ ਟੋਭੇ 'ਚ ਰਵੇਂਗੀ ਤੇ ਛੇਤੀ ਚੀਵਰ ਨੇ ਫੜਨਾ। ਜੇ ਲੰਬਾ ਜੀਵਨ ਚਾਹੁੰਦੀ ਹੈ ਫਿਰ ਕਰ ਸਮੁੰਦਰ ਸੰਭਾਲ। ਹੁਣ ਸਮੁੰਦਰ ਜਾਏਂਗੇ, ਸਮੁੰਦਰ ਨੂੰ ਕਹੇ ਤੂੰ ਤਾਰੀਆਂ ਲਾਉਂਦੀ ਤੁਰੀ ਜਾਣਾ, ਤੂੰ ਭੱਜੀ ਜਾਣਾ, ਤੂੰ ਨਾ ਲਵੇਂਗੀ ਖੁੱਲ੍ਹਾ ਪਾਣੀ ਉੱਥੇ। ਇੱਦਾਂ ਹੀ ਜਿਵੇਂ ਥੋੜ੍ਹੇ ਚਿਰੇ ਸੁੱਖ ਵਿੱਚੋਂ, ਥੋੜ੍ਹੇ ਚਿਰੇ ਰਸ ਵਿੱਚੋਂ ਜਿਹੜੇ ਲੋਕ ਆਨੰਦ ਸੁੱਖ ਵਿਸਮਾਦ, ਇਹ ਸ਼ਬਦ ਹੈ ਬੜੇ ਵੱਡੇ ਪਰ ਬੋਲ ਦਿੰਦੇ ਨੇ ਬੰਦੇ ਕਿ ਵੀ ਜਿਹੜਾ ਆਰੰਭ ਵਿੱਚ ਕਿਹਾ ਸੀ ਕਿ ਨਿੱਕੀ ਨਿੱਕੀ ਗੱਲ ਲੋਕ ਆਨੰਦ ਕਹਿ ਛੱਡਦੇ ਵੀ ਆਨੰਦ ਆ ਗਿਆ। ਅਸਲ 'ਚ ਆਨੰਦ ਨਹੀਂ ਹੁੰਦਾ, ਉਹ ਸਾਡਾ ਵਕਤੀ ਤੌਰ ਦਾ ਇੱਕ ਚਸਕਾ ਹੁੰਦਾ। ਜਦੋਂ ਤੱਕ ਪੂਰਾ ਹੁੰਦਾ ਸੀ ਉਹਨੂੰ ਆਨੰਦ ਸ਼ਬਦ ਕਹਿ ਛੱਡਦੇ ਹਾਂ। ਆਨੰਦ ਤੇ ਇੱਦਾਂ ਦੀ ਚੀਜ਼ ਹੈ ਜਦੋਂ ਜ਼ਿੰਦਗੀ 'ਚ ਆ ਜਾਏ ਫਿਰ ਉਹਦਾ ਵਿਰੋਧੀ ਸ਼ਬਦ ਕੋਈ ਨਹੀਂ। ਆਓ ਗੁਰੂ ਬਖਸ਼ਿਸ਼ ਕਰੇ, ਬਾਣੀ ਪੜ੍ਹੀਏ, ਸਮਝੀਏ, ਵਿਚਾਰੀਏ ਤੇ ਆਪਣੀ ਜ਼ਿੰਦਗੀ ਨੂੰ ਖੂਬਸੂਰਤ ਬਣਾਉਣ ਦੀ ਯਤਨ ਕਰੀਏ। ਸਾਧ ਸੰਗਤ ਜੀ ਸਾਰਿਆਂ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।